ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਇੱਕ ਸਭ ਤੋਂ ਪਹਿਲਾ ਮਸਲਾ ਤਾਂ ਜੇ ਸਾਂਝਾ ਕਰਨਾ ਵੀ ਜਿੱਦਾਂ ਰਿਸੈਸ਼ਨ ਦਾ ਖਤਰਾ ਦੱਸ ਰਹੇ ਆ ਤੇ ਕਿਹੜੀਆਂ-ਕਿਹੜੀਆਂ ਨੌਕਰੀਆਂ ਨੂੰ ਖਤਰਾ ਹੋ ਸਕਦਾ, ਕੰਪਨੀਆਂ ਲੇ ਆਫ ਕਰ ਰਹੀਆਂ, ਕਿਹੜੇ ਪ੍ਰੋਫੈਸ਼ਨਸ ਦੇ ਵਿੱਚ ਨੌਕਰੀਆਂ ਜਾ ਸਕਦੀਆਂ ਤੇ ਕਿਹਦੇ ਵਿੱਚ ਜਿਹੜੀਆਂ ਜ਼ਿਆਦਾ ਲੋੜ ਪੈ ਸਕਦੀ ਆ। ਦੂਜੀ ਗੱਲਬਾਤ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਕਰਨੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਹੁਣ ਕੋਈ ਵੀ ਆਵਾਜ਼ ਕੱਢੀ ਜਾ ਸਕਦੀ ਹੈ ਤੇ ਇਹ ਆਵਾਜ਼ ਬਜ਼ੁਰਗਾਂ ਨੂੰ ਪਛਾਣਨ ਦੇ ਵਿੱਚ ਸਮੱਸਿਆ ਆ ਰਹੀ ਵੀ ਬੰਦਾ ਗੱਲ ਕਰ ਰਿਹਾ ਕਿ ਕੋਈ ਕੰਪਿਊਟਰ ਗੱਲ ਕਰ ਰਿਹਾ। ਅਲਬਰਟਾ ਦੀ ਪ੍ਰੀਮੀਅਰ ਲਾਸੂਟ ਫਾਈਲ ਕਰ ਰਹੀ ਹੈ, ਇਹ ਵੀ ਗੱਲਬਾਤ ਕਰਾਂਗੇ। ਕੈਲਗਰੀ ਸੀ ਟ੍ਰੇਨ ਸਟੇਸ਼ਨਾਂ ਦੇ ਉੱਤੇ ਸੁਰੱਖਿਆ ਵਧਾਈ ਗਈ ਹੈ। BC ਦੇ ਸ਼ਹਿਰ ਵਿੱਚ BC ਦੇ ਵਿੱਚ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਆ ਉਹਨਾਂ ਦਾ ਇੱਕ ਸੰਕਟ ਪੈਦਾ ਹੋਇਆ, ਉਹ ਤੁਹਾਡੇ ਨਾਲ ਗੱਲਬਾਤ ਕਰਨੀ ਹੈ। ਤੇ ਜਿਹੜੇ ਕੈਨੇਡਾ ਤੋਂ ਅਮਰੀਕਾ ਵੱਲ ਗੈਰ ਕਾਨੂੰਨੀ ਤਰੀਕੇ ਨਾਲ ਲੋਕ ਜਾ ਰਹੇ ਉਹਨਾਂ ਵਾਲੇ ਖੁਲਾਸੇ ਹੋਏ ਆ ਕਿ ਉਹ ਸਾਂਝੇ ਕਰਾਂਗੇ। ਇਲੈਕਟ੍ਰਿਕ ਕਾਰਾਂ ਦੀ ਵਿਕਰੀ ਵਧੀ ਆ, ਇਹ ਗੱਲਬਾਤ ਕਰਨੀ ਆ। ਤੇ ਟੋਰਾਂਟੋ ਦੇ ਇਲਾਕੇ ਦੇ ਵਿੱਚ ਕੋਵਿਡ ਦੇ ਦੌਰਾਨ ਜਿਹੜਾ ਵਿਤਕਰਾ ਲੋਕਾਂ ਦੇ ਨਾਲ ਹੁੰਦਾ ਰਿਹਾ ਉਹ ਵੀ ਗੱਲਬਾਤ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਜਾ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਸਭ ਤੋਂ ਪਹਿਲੀ ਗੱਲਬਾਤ ਇਸ ਵੇਲੇ ਕਿ ਕਿਹੜੀਆਂ ਨੌਕਰੀਆਂ ਇਸ ਵੇਲੇ ਲੋੜ 'ਚ ਨੇ ਤੇ ਕਿਹਨਾਂ ਨੂੰ ਕੈਨੇਡਾ ਦੇ ਵਿੱਚ ਖਤਰਾ ਹੋ ਸਕਦਾ। ਪਿਛਲੇ ਲਗਭਗ 2 ਸਾਲਾਂ ਦੇ ਵਿੱਚ ਜਿਹੜੇ ਇੰਪਲੋਇਰ ਸੀ ਉਹਨਾਂ ਦੇ ਲਈ ਬਹੁਤ ਔਖਾ ਹੋਇਆ ਪਿਆ ਸੀ ਕਿ ਕਿਸ ਤਰ੍ਹਾਂ ਕਿੱਦਾਂ ਬੰਦਿਆਂ ਨੂੰ ਰੱਖਣਾ ਤੇ ਰੱਖ ਕੇ ਉਹਨਾਂ ਨੂੰ ਰਿਟੇਨ ਕਿੱਦਾਂ ਕਰਨਾ। ਵਰਕਰ ਨਹੀਂ ਸੀ ਲੱਭਦੇ। ਆਪਾਂ ਸਾਰੇ ਇਸ ਗੱਲ ਨੂੰ ਚੰਗੀ ਭਲਾ ਜਾਣਦੇ ਹਾਂ ਔਰ ਇਹ ਗੱਲ ਕਈ ਵਾਰੀ ਕਰਦੇ ਹਾਂ ਕਿ ਜਿਹੜੀ ਏਜਿੰਗ ਪਾਪੂਲੇਸ਼ਨ ਆ ਇੱਥੇ ਦੀ, ਤੇ ਦੂਜਾ ਪਿਛਲੇ 2 ਸਾਲ ਮਾਈਗ੍ਰੇਸ਼ਨ ਨਹੀਂ ਹੋਈ, ਇਮੀਗ੍ਰੇਸ਼ਨ ਨਹੀਂ ਹੋਈ, ਇਮੀਗ੍ਰੇਸ਼ਨ ਦੇ ਸਖਤ ਕਾਨੂੰਨ ਤੇ ਦੂਜਾ ਇੱਥੋਂ ਦੀ ਏਜਿੰਗ ਪਾਪੂਲੇਸ਼ਨ, ਸਿੱਧੀ ਜਿਹੜੀ ਸਮੱਸਿਆ ਦਾ ਬੋਝ ਜਾਂ ਸਮੱਸਿਆ ਦਾ ਸਾਹਮਣਾ ਇੰਪਲੋਇਰ ਨੂੰ ਕਰਨਾ ਪੈ ਰਿਹਾ ਸੀ। ਜਿਹੜੇ ਕੰਪਨੀਆਂ ਦੇ ਮਾਲਕ ਨੇ ਬੰਦੇ ਨਹੀਂ ਲੱਭ ਰਹੇ ਸੀ ਤੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਉਹਦਾ ਪੈਂਡੈਮਿਕ, ਲੌਂਗ ਕੋਵਿਡ ਤੇ ਹੋਰ ਸਾਰਾ ਕੋਈ ਸਰਕਾਰ ਵੱਲੋਂ ਦਿੱਤੀ ਜਾਂਦੀ ਸਹਾਇਤਾ, ਗੱਲ ਮੁੱਕਦੀ ਇਹ ਸੀ ਵੀ ਕੰਪਨੀਆਂ ਬੰਦੇ ਲੱਭਦੀਆਂ ਸੀ ਤੇ ਬੰਦੇ ਲੱਭ ਨਹੀਂ ਸੀ ਰਹੇ ਤੇ ਕੰਸਟ੍ਰੇਂਟਸ ਬਹੁਤ ਸਾਰੀਆਂ ਉਹਨਾਂ ਦੇ ਉੱਤੇ ਆ ਗਈਆਂ ਸੀ ਤੇ ਡਿਮਾਂਡ ਲੇਬਰ ਦੀ ਬਹੁਤ ਸਟਰੋਂਗ ਹੋ ਗਈ। ਹੁਣ ਇਸ ਵੇਲੇ ਮਹਿੰਗਾਈ ਇਸ ਵੇਲੇ ਸਿਖਰ 'ਤੇ ਆ, ਭਾਵੇਂ ਥੋੜ੍ਹੀ ਜਿਹੀ ਥੱਲੇ ਆਈ ਹੈ ਪਰ ਫਿਰ ਵੀ ਹਾਈ ਇਨਫਲੇਸ਼ਨ ਅਸੀਂ ਮੰਨ ਕੇ ਚੱਲਦੇ ਹਾਂ। ਦੂਜਾ ਲਗਾਤਾਰ ਇੰਟਰਸਟ ਰੇਟ ਵੱਧ ਰਹੇ ਆ, ਜਿਹੜੀ ਬੋਰੋਇੰਗ ਕਾਸਟ ਆ ਉਹ ਵੱਧ ਰਹੀ ਹੈ, ਚਾਹੇ ਕੈਨੇਡਾ ਹੈ ਤੇ ਚਾਹੇ ਅਮਰੀਕਾ ਆ। ਦੋਵਾਂ ਦੇਸ਼ਾਂ ਦੀ ਇਕੋਨਮੀ ਦੇ ਉੱਤੇ ਸਿੱਧਾ ਅਸਰ ਪੈ ਰਿਹਾ ਤੇ ਇਹਦਾ ਹੁਣ ਕੀ ਗੱਲਬਾਤ ਚੱਲ ਰਹੀ ਆ ਕਿ ਸ਼ੈਲੋ ਰਿਸੈਸ਼ਨ, ਵੀ ਰਿਸੈਸ਼ਨ ਜਿਹੜਾ ਇਸ ਵੇਲੇ ਜਾਂ ਤਾਂ ਅਸੀਂ ਲੰਘ ਰਹੇ ਹਾਂ ਜਾਂ ਹੋ ਸਕਦਾ। ਭਾਵੇਂ ਕਿ ਲੇਬਰ ਮਾਰਕੀਟ ਦੇ ਵਿੱਚ ਲਗਾਤਾਰ ਜਿਹੜੀ ਰੈਸਿਲੀਐਂਟ ਆ ਤੇ ਕੁਛ ਇੰਪਲੋਇਜ਼ ਜਿਹੜੇ ਆ ਉਹਨਾਂ ਦੀਆਂ ਨੌਕਰੀਆਂ ਇਸ ਵੇਲੇ ਜਾ ਰਹੀਆਂ। ਆਪਾਂ ਟਵਿੱਟਰ ਤੋਂ ਲੈ ਕੇ ਐਮਾਜ਼ੋਨ ਤੋਂ ਲੈ ਕੇ ਮਾਈਕਰੋਸੋਫਟ ਤੇ ਸਾਰੀਆਂ ਕੰਪਨੀਆਂ ਡਿਸਕਸ ਕੀਤੀਆਂ, ਸਾਰੀਆਂ ਨੇ ਲੇ ਆਫ ਕੀਤੀ ਹੈ। ਅਸਲ ਦੇ ਵਿੱਚ ਜਿਹੜੇ ਇੰਪਲੋਇਰਸ ਨੇ ਉਹ ਇਸ ਵੇਲੇ ਜਿਹੜੀ ਕਿਤੇ ਨਾ ਕਿਤੇ ਲੇਬਰ ਸ਼ਾਰਟੇਜ ਉਹਨਾਂ ਨੂੰ ਹੈਗੀ ਆ ਤੇ ਕਈ ਥਾਵਾਂ ਦੇ ਉੱਤੇ ਨੌਕਰੀਆਂ ਲੋਕ ਜਿਹੜੇ ਆ ਉਹ ਕੰਮ ਲੱਭ ਰਹੇ ਪਰ ਉਹਨਾਂ ਨੂੰ ਕੰਮ ਨਹੀਂ ਲੱਭ ਰਿਹਾ। ਜਿਹੜੀ ਹਾਇਰਿੰਗ ਦੇ ਵਿੱਚ ਡਿਫੀਕਲਟੀ ਜਾਂ ਉਹਨਾਂ ਨੂੰ ਰਿਟੇਨ ਕਰਨ ਦੇ ਵਿੱਚ ਹੈਗੀ ਆ ਉਹ ਸਿੱਧਾ ਗੱਲ ਦੱਸਦੀ ਆ ਕਿ ਕਿਹੜੀ ਇੰਡਸਟਰੀ ਦੇ ਵਿੱਚ ਕੀ ਹੋ ਰਿਹਾ। ਜਿਹੜੇ ਇੰਪਲੋਇਰ ਨੇ ਜਿਨ੍ਹਾਂ ਕੋਲੇ ਲੇਬਰ ਸ਼ਾਰਟੇਜ ਬਹੁਤ ਜ਼ਿਆਦਾ ਸੀ ਉਹ ਇਸ ਵੇਲੇ ਬੜੇ ਕੇਅਰਫੁਲ ਨੇ ਲੇ ਆਫ ਕਰਨ ਦੇ ਲਈ ਵੀ ਕਿਤੇ ਅਸੀਂ ਕੱਢ ਦਈਏ, ਮੁੜ ਕੇ ਕੱਲ੍ਹ ਨੂੰ ਜ਼ਿਆਦਾ ਲੋੜ ਪੈ ਜਾਵੇ ਸਾਨੂੰ ਬੰਦੇ ਨਾ ਮਿਲਣ। ਅਸਲ ਦੇ ਵਿੱਚ ਜਿਹੜੀ ਕਾਨਫਰੰਸ ਬੋਰਡ ਦੀ ਨਵੀਂ ਜਿਹੜੀ ਜੌਬ ਲਾਸ ਰਿਸਕ ਇੰਡੈਕਸ ਆਇਆ ਆ, ਜਿਹੜਾ ਆਈਡੈਂਟੀਫਾਈ ਕਰਦਾ ਹੈ ਕਿ ਕਿਹੜੀ ਇੰਡਸਟਰੀ ਦੇ ਵਿੱਚ ਕਿੰਨੇ ਕੁ ਚਾਂਸ ਆ ਲੇ ਆਫ ਦੇ ਤੇ ਕਿਹੜੇ ਸਭ ਤੋਂ ਵੱਧ ਰਿਸਕ ਦੇ ਉੱਤੇ ਆ ਤੇ ਕਿੱਥੇ ਜਿਹੜਾ ਕੰਮ ਵਾਲੇ ਹਜੇ ਵੀ ਨਹੀਂ ਲੱਭ ਰਹੇ। ਉਹਨਾਂ ਨੇ ਕੁਝ ਫੈਕਟਰਸ ਦੱਸੇ ਆ ਕਿ ਕਿੱਥੇ ਨੌਕਰੀਆਂ ਜ਼ਿਆਦਾ ਨੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿੱਥੇ ਜ਼ਿਆਦਾ ਡਿਮਾਂਡ ਹੋ ਸਕਦੀ ਆ। ਲੇਬਰ ਸ਼ਾਰਟੇਜ ਇੱਕ ਵੱਡਾ ਫੈਕਟਰ ਆ ਜਿਹੜਾ ਇਸ ਨਵੇਂ ਇੰਡੈਕਸ ਦੇ ਵਿੱਚ, ਪਰ ਇੱਕ ਨਹੀਂ ਆ। ਇਹਦੇ ਵਿੱਚ 5 ਹੋਰ ਫੈਕਟਰ ਵੀ ਆ ਜਿਹੜੇ ਕਿਸੇ ਇੰਡਸਟਰੀ ਦੇ ਕਿੰਨੀ ਕੁ ਨੌਕਰੀ ਜਾ ਸਕਦੀ ਹੈ ਜਾਂ ਕਿੰਨੀ ਕੁ ਮਿਲ ਸਕਦੀ ਆ ਉਹਦੇ ਉੱਤੇ ਦੱਸਦੇ ਆ, ਜਿਹਦੇ ਵਿੱਚ ਉਹਨਾਂ ਦੀ ਜਿਹੜੀ ਪਾਲਿਸੀ ਦੀ ਸੈਂਸਿਟੀਵਿਟੀ ਆ, ਮੋਨਿਟਰੀ ਪਾਲਿਸੀ ਦੀ, ਜਾਂ ਤੁਹਾਡਾ ਜੌਬ ਫੰਕਸ਼ਨ ਕੀ ਆ ਤੇ ਤੁਹਾਨੂੰ ਕਿਹੜੇ ਐਜੂਕੇਸ਼ਨ ਲੈਵਲ ਚਾਹੀਦਾ ਉਹਦੇ ਲਈ, ਉਸ ਨੌਕਰੀ ਦੇ ਲਈ। ਦੂਜਾ ਜਿਹੜੀ ਲੌਂਗ ਟਰਮ ਜਿਹੜੇ ਲੇਬਰ ਡਿਮਾਂਡ ਦੇ ਟਰੈਂਡ ਕੀ ਹੈ, ਇਹਦੇ ਸਾਰੇ ਦੇ ਉੱਤੇ। ਜਿਹੜੀ ਇਨਫੋਰਮੇਸ਼ਨ ਇੰਡਸਟਰੀ ਆ ਜਿਹੜੀ ਇੱਕ ਵੱਡਾ ਸ਼ੇਅਰ ਟੈਕ ਕੰਪਨੀ ਦਾ ਰੱਖਦਾ ਆ, ਜਿਹਦੇ ਵਿੱਚ ਬਹੁਤ ਸਾਰੀਆਂ ਸੌਫਟਵੇਅਰ ਦੀਆਂ ਜੌਬਸ ਆ, ਵੈਬ ਡਿਵੈਲਪਰਸ ਨੇ, ਪ੍ਰੋਗਰਾਮਰਸ ਨੇ, ਡਿਜੀਟਲ ਇੰਟਰਫੇਸ ਡਿਜ਼ਾਈਨਰ ਨੇ, ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੇ ਜਿਹੜੇ ਸੌਫਟਵੇਅਰ ਇੰਜੀਨੀਅਰ, ਵੈਬ ਡਿਵੈਲਪਰ, ਪ੍ਰੋਗਰਾਮਰ, ਜਿਹੜੇ ਡਿਜੀਟਲ ਇੰਟਰਫੇਸ ਡਿਜ਼ਾਈਨਰ, ਇਹਨਾਂ ਦੇ ਵਿੱਚ ਆਲਰੇਡੀ ਲੇ ਆਫ ਸਟਾਰਟਸ ਹੋ ਚੁੱਕੀਆਂ ਆ। ਇੰਪਲੋਇਮੈਂਟ ਜਿਹੜੀ ਆ ਇੱਥੇ ਜਿਹੜੀ ਹੋਈ ਆ
ਤੇ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਲੇ-ਆਫ ਪਿਛਲੇ ਸਮੇਂ ਦੇ ਵਿੱਚ ਸਟਾਰਟ ਹੋ ਗਈਆਂ ਆ ਤੇ ਹੁਣ ਜਿਹੜੀ ਹਾਇਰਿੰਗ ਇਸ ਵੇਲੇ ਟੈਕ ਕੰਪਨੀ ਦੇ ਵਿੱਚ ਕਿਸੇ ਹੋਰ ਹਿਸਾਬ ਦੇ ਨਾਲ ਹੋ ਰਹੀ, ਜਿਹੜੀਆਂ ਹਾਈ ਗਰੋਥ ਕੰਪਨੀ ਦੀਆਂ ਇਵੈਲੂਏਸ਼ਨ ਕੀਤੀਆਂ ਗਈਆਂ ਉਹ ਜਿਹੜੀਆਂ ਕੰਪਨੀਆਂ ਜ਼ਿਆਦਾ ਇੰਟਰਸਟ ਰੇਟ ਦੇ ਲਈ ਸੈਂਸਿਟਿਵ ਨੇ, ਇੰਟਰਸਟ ਰੇਟ ਦਾ ਜਿਨ੍ਹਾਂ ਦੇ ਉੱਤੇ ਜ਼ਿਆਦਾ ਅਸਰ ਪਿਆ ਉਹਨਾਂ ਕੰਪਨੀਆਂ ਦੇ ਵਿੱਚ ਵੀ ਲੇ-ਆਫ ਜ਼ਿਆਦਾ ਹੋ ਰਹੀ ਹੈ। ਕੁਝ ਕੰਪਨੀਆਂ ਟੋਟਲੀ ਬੋਰੋਇੰਗ ਦੇ ਉੱਤੇ ਡਿਪੈਂਡ ਕਰਦੀਆਂ। ਸੋ ਇੱਥੇ ਡਿਮਾਂਡ ਦਾ ਦੂਜੇ ਤਰ੍ਹਾਂ ਵੀ ਅਸਰ ਪੈ ਰਿਹਾ ਕਿ ਇੰਟਰਸਟ ਰੇਟ ਵਧਣ ਦਾ ਜਿਨ੍ਹਾਂ ਕੰਪਨੀਆਂ ਦੇ ਉੱਤੇ ਜੇ ਇਸ ਇੰਡਸਟਰੀ ਦੇ ਉੱਤੇ ਜ਼ਿਆਦਾ ਅਸਰ ਪਊਗਾ ਉੱਥੇ ਨੌਕਰੀਆਂ ਜਿਹੜੀਆਂ ਜ਼ਿਆਦਾ ਜਾ ਰਹੀਆਂ। ਜਿੱਦਾਂ ਲੋਕਡਾਊਨ ਸੀਗਾ, ਜਿਹੜੇ ਲੋਕ ਪ੍ਰੈਫਰ ਕਰਦੇ ਸੀ ਆਨਲਾਈਨ ਸ਼ਾਪਿੰਗ ਦਾ, ਜਿਹੜੀ ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਕੰਪਨੀ ਸੀਗੀਆਂ ਉਹਨਾਂ ਦੀਆਂ ਜਿਹੜੀਆਂ ਜੌਬ ਸੀਗੀਆਂ, ਜਿੱਦਾਂ ਡਿਲੀਵਰੀ ਟਰੱਕ ਡਰਾਈਵਰ, ਵੇਅਰ ਹਾਊਸ ਵਰਕਰ, ਇਹ ਇੰਡਸਟਰੀਜ਼ ਜਿਹੜੀਆਂ ਇਸ ਵੇਲੇ ਇਹਨਾਂ ਦੇ ਵਿੱਚ ਜਿਨ੍ਹਾਂ ਨੇ ਉਦੋਂ ਜ਼ਿਆਦਾ ਹਾਇਰ ਕੀਤੇ ਇਸ ਵੇਲੇ ਉੱਥੇ ਵੀ ਲੇ-ਆਫਸ ਹੈਗੀਆਂ ਕਿ ਕੁਛ ਜਿਹੜੇ ਸ਼ਾਪਰਸ ਆ ਉਹ ਆਪਣੀ ਇਹ ਜਿਹੜੀ ਡਿਸਕ੍ਰਿਸ਼ਨਰੀ ਸਪੈਂਡਿੰਗ ਆ ਰਿਸੈਸ਼ਨ ਦੇ ਵਿੱਚ ਜਿਹੜੀ ਉਹਨਾਂ ਨੂੰ ਲੱਗਦੇ ਆ ਕਿ ਵਾਧੂ ਖਰਚੇ ਇਹਨਾਂ ਨੂੰ ਘਟਾਇਆ ਜਾ ਸਕਦਾ, ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਖਰਚਿਆਂ ਨੂੰ ਘਟਾ ਰਹੇ ਆ ਤੇ ਲੇ-ਆਫ ਉਹ ਵੀ ਕਰ ਰਹੇ ਆ। ਜਿਹੜਾ ਮਿਨੀਮਮ ਰਿਸਕ ਆ ਲੌਸਸ ਦਾ ਫਾਈਨੈਂਸ ਦੇ ਵਿੱਚ, ਇੰਸ਼ੋਰੈਂਸ ਦੇ ਵਿੱਚ, ਯੂਟਿਲਿਟੀ ਮਾਈਨਿੰਗਸ ਦੇ ਵਿੱਚ, ਲੌਜਿੰਗ ਦੇ ਵਿੱਚ ਤੇ ਜਿਹੜੀ ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਆ ਜਿੱਦਾਂ ਅਕਾਊਂਟਿੰਗ ਆ, ਲੀਗਲ ਕੰਸਲਟਿੰਗ ਆ, ਐਡਵਰਟਾਈਜ਼ਿੰਗ ਆ, ਇਹਦੇ ਵਿੱਚ ਜਿਹੜੀਆਂ ਆਰਟ ਤੇ ਰੀਕ੍ਰੀਏਸ਼ਨ ਦੇ ਵਿੱਚ, ਰਿਟੇਲ ਟ੍ਰੇਡ ਦੇ ਵਿੱਚ ਸਟੇਟ ਜਾਂ ਲੋਕਲ ਦੀਆਂ ਜੌਬਸ ਨੇ ਉਹਨਾਂ ਦੇ ਵਿੱਚ ਵੀ ਘੱਟ ਰਿਸਕ ਆ ਕਿ ਉੱਥੇ ਲੇ-ਆਫ ਜ਼ਿਆਦਾ ਹੋਊਗੀ। ਜਿਹੜੀਆਂ ਇੰਡਸਟਰੀ ਜਿਵੇਂ ਫੂਡ ਸਰਵਿਸ ਆ, ਹੈਲਥ ਕੇਅਰ ਆ, ਸੋਸ਼ਲ ਅਸਿਸਟੈਂਸ ਆ, ਫੈਡਰਲ ਗਵਰਨਮੈਂਟ ਜਾਂ ਪ੍ਰਾਈਵੇਟ ਐਜੂਕੇਸ਼ਨ ਆ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਕੰਮਾਂ ਕਾਰਾਂ ਦੀ ਹੈਗੀ ਆ ਜਾਂ ਇਹ ਘੱਟ ਇਹਨਾਂ ਦੇ ਵਿੱਚ ਚਾਂਸਸ ਆ ਕਿ ਲੇ-ਆਫ ਹੋਊਗੀ ਕਿਉਂਕਿ ਹੈਲਥ ਕੇਅਰ ਦੇ ਵਿੱਚ ਹਜੇ ਵੀ ਜਿਹੜੇ ਲੋਕ ਆ ਉਹਨੇ ਨਹੀਂ ਲੱਭ ਰਹੇ ਜਿੰਨੇ ਲੋਕ ਚਾਹੀਦੇ ਆ। ਪਿਛਲੇ 2 ਸਾਲਾਂ ਦੇ ਵਿੱਚ ਜਿਹੜੇ ਐਮਪਲੋਇਰ ਨੇ ਫੂਡ ਸਰਵਿਸਿਜ਼ ਦੇ ਵਿੱਚ, ਹੈਲਥ ਕੇਅਰ ਦੇ ਵਿੱਚ, ਸੋਸ਼ਲ ਅਸਿਸਟੈਂਸ ਦੇ ਵਿੱਚ ਉਹਨਾਂ ਨੂੰ ਬੰਦੇ ਹਾਇਰ ਕਰਨ ਦੇ ਵਿੱਚ ਡਿਫੀਕਲਟੀ ਆਈ ਹੈ। ਲੋਕ ਨਹੀਂ ਲੱਭ ਰਹੇ ਸੀ। ਰੈਸਟੋਰੈਂਟਾਂ ਦੇ ਵਿੱਚ ਉਹ ਕਹਿ ਰਹੇ ਕਿ ਸਾਡੇ ਕੋਲੇ ਬੰਦੇ ਨਹੀਂ, ਸਾਡੇ ਕੋਲੇ ਨਰਸਸ ਨਹੀਂ, ਸਾਡੇ ਕੋਲੇ ਡਾਕਟਰ ਨਹੀਂ, ਸਾਡੇ ਕੋਲੇ ਹੈਲਥ ਕੇਅਰ ਵਰਕਰਸ ਨਹੀਂ। ਇਹਨਾਂ ਸਾਰੇ ਖੇਤਰਾਂ ਦੇ ਵਿੱਚ ਅਜੇ ਵੀ ਕਾਮਿਆਂ ਦੀ ਓਨੀ ਜ਼ਿਆਦਾ ਲੋੜ ਆ ਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਵਰਕਰ ਨੂੰ ਇੱਕ ਵਾਰੀ ਰੱਖ ਲੈਂਦੇ ਉਹਨੂੰ ਹੋਲਡ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਹਨੂੰ ਕੱਢਿਆ ਨਾ ਜਾਵੇ ਕਿਉਂਕਿ ਮੁੜ ਕੇ ਉਹਨੂੰ ਕੱਢ ਕੇ ਦੁਬਾਰਾ ਨਵਾਂ ਲੱਭਣਾ ਉਹਨਾਂ ਦੇ ਲਈ ਬਹੁਤ ਵੱਡਾ ਕੰਮ ਆ। ਦੂਜਾ, ਹੈਲਥ ਕੇਅਰ ਸਿਸਟਮ ਦੇ ਵਿੱਚ ਜਿਹੜੀ ਇੰਪਲੋਇਮੈਂਟ ਗਰੋਥ ਆ ਉਹ ਸਭ ਤੋਂ ਜ਼ਿਆਦਾ ਆ ਔਰ ਇਹਦੇ ਵਿੱਚ ਹੀ ਜ਼ਿਆਦਾ ਚਾਹੀਦੀ ਆ। ਰੈਸਟੋਰੈਂਟ ਤੇ ਹੋਟਲ ਇੰਪਲੋਇਮੈਂਟ ਜਿਹੜੀ ਆ ਉਹ ਹਜੇ ਵੀ ਉਸੇ ਤਰ੍ਹਾਂ ਆ, ਇੰਡਸਟਰੀ ਦੇ ਵਿੱਚ ਰਿਕਵਰ ਕਰ ਰਹੀ ਆ। ਇਹਦੇ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਵੀ ਲੇ-ਆਫਸ ਜਿਹੜੇ ਕਾਫੀ ਘੱਟ ਹੋਣ ਦੀ ਗੱਲਬਾਤ ਦੱਸੀ ਜਾ ਰਹੀ ਹੈ। ਸੋ ਕੁਛ ਜਿਹੜੀਆਂ ਹਾਈਟੈਕ ਕੰਪਨੀ ਸੀਗੀਆਂ IT ਦੇ ਵਿੱਚ ਉਹਨਾਂ ਦੇ ਵਿੱਚ ਲੇ-ਆਫ ਸਟਾਰਟ ਹੋਈ ਆ। ਹੈਲਥ ਕੇਅਰ ਜਿਹੜੀ ਫੂਡ ਇੰਡਸਟਰੀ ਆ ਇਹਨਾਂ ਦੇ ਵਿੱਚ ਹਜੇ ਵੀ ਵਰਕਰਾਂ ਦੀ ਜਿਹੜੀ ਘਾਟ ਉਸੇ ਤਰ੍ਹਾਂ ਦੱਸੀ ਜਾ ਰਹੀ। ਅਗਲੀ ਗੱਲਬਾਤ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕੁਝ ਪ੍ਰੋਗਰਾਮਸ ਨੇ ਜਿਹੜੇ ਇਸ ਵੇਲੇ ਬਹੁਤ ਜ਼ਿਆਦਾ ਪੋਪੂਲਰ ਹੋ ਰਹੇ ਆ ਤੇ ਕੰਪਿਊਟਰ ਜਨਰੇਟਡ ਟੈਕਸਟ ਤੇ ਸਪੀਚ ਜਿਹੜੀ ਆ ਉਹ ਤੁਹਾਡੇ ਸਾਹਮਣੇ ਆਉਂਦੀ ਆ ਤੇ ਤੁਹਾਡੇ ਨਾਲ ਉਸੇ ਤਰ੍ਹਾਂ ਗੱਲਾਂ ਬਾਤਾਂ ਕਰਦੀ ਹੈ ਜਿੱਦਾਂ ਤੁਸੀਂ ਕਿਸੇ ਵਿਅਕਤੀ ਨਾਲ, ਕਿਸੇ ਇਨਸਾਨ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹੋਵੋ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਹੁੰਦਾ ਕੀ ਆ ਕਿ ਜਿੱਦਾਂ ਤੁਸੀਂ ਕਿਤੇ ਐਪਲ 'ਤੇ ਫੋਨ ਕਰਦੇ ਆ ਉੱਥੇ ਜੋ ਕੁਝ ਤੁਹਾਡੇ ਵਰਡਸ ਨੂੰ ਸੁਣ ਕੇ ਤੁਹਾਨੂੰ ਬਿਲਕੁਲ ਉਸੇ ਤਰ੍ਹਾਂ ਦੇ ਜਵਾਬ ਉਹ ਦਿੰਦੇ ਆ। ਤੇ ਹੁਣ ਜਿਹੜੀਆਂ ਕਿਸੇ ਨੂੰ ਟੀਚ ਕਰਨ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵੀ ਵਰਤੋਂ ਕੀਤੀ ਜਾ ਰਹੀ, ਸਾਰੇ ਖੇਤਰਾਂ ਦੇ ਵਿੱਚ ਜਿਹੜੀ ਇਹਦੀ ਇਸ ਵੇਲੇ ਵਰਤੋਂ ਵੱਧ ਗਈ ਆ। ਹੁਣ ਇਹ ਉਹਨਾਂ ਨੇ ਸਰਵੇ ਕੀਤਾ ਵੀ ਇਹ ਕਿਸੇ ਨੂੰ ਪਤਾ ਲੱਗਦਾ ਵੀ ਇਹ ਕੌਣ ਆ। ਜਿੱਦਾਂ ਅਸਲ ਦੇ ਵਿੱਚ ਹੁੰਦਾ ਕੀ ਆ, ਕੰਪਿਊਟਰ ਆ, ਕੰਪਿਊਟਰ ਦੇ ਇੱਕ ਬੰਦੇ ਦੀ ਫੋਟੋ ਪਈ ਆ, ਉਹ ਫੋਟੋ ਪਈ ਆ, ਉਹਨੂੰ ਫੋਟੋ ਨੂੰ ਤੁਸੀਂ ਚੁਣ ਲਿਆ, ਉਹਨੂੰ ਸਾਹਮਣੇ ਲਿਆ ਅੱਧਾ ਲੈ ਕੇ ਤੇ ਉਹਦੇ ਥੱਲੇ ਤੁਸੀਂ ਲਿਖ ਦਿੱਤਾ ਵੀ ਆਹ ਗੱਲ ਇਹ ਫੋਟੋ ਵਾਲਾ ਬੰਦਾ ਜਿਹੜਾ ਇਹ ਬੋਲੇ, ਮਤਲਬ ਇੱਕ ਤੁਸੀਂ ਚਿਹਰਾ ਚੁਣ ਲਿਆ। ਉਹਦੇ ਤੋਂ ਬਾਅਦ ਤੁਸੀਂ ਥੱਲੇ ਟੈਕਸਟ ਲਿਖ ਦਿੱਤੀ, ਤੁਸੀਂ ਕੁਛ ਵੀ ਲਿਖ ਦਿੱਤਾ, ਉਹਦੇ ਥੱਲੇ ਇੱਕ ਪੈਰਾ ਲਿਖ ਦਿੱਤਾ ਵੀ ਉਹ ਇਹ ਬੰਦਾ ਜਿਹੜਾ ਇਹ ਬੋਲ ਕੇ ਦੱਸੇ। ਹੁਣ ਉਹ ਜੋ ਤੁਸੀਂ ਲਿਖਿਆ ਉਹੀ ਉਹ ਬੋਲਣਾ ਸ਼ੁਰੂ ਕਰ ਦਿੰਦਾ, ਆਵਾਜ਼ ਕੰਪਿਊਟਰ ਦੇ ਵਿੱਚੋਂ ਆਉਣੀ ਸ਼ੁਰੂ ਹੋ ਜਾਂਦੀ ਆ। ਉਹ ਬਿਲਕੁਲ ਇੱਦਾਂ ਲੱਗਦਾ ਕਿ ਉਹ ਕੋਈ ਵਿਅਕਤੀ ਜਿਹੜਾ ਤੁਹਾਡੇ ਸਾਹਮਣੇ ਖੜਾ ਆ ਉਹ ਬੋਲ ਰਿਹਾ, ਜਦੋਂ ਕਿ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਆ। ਜੋ ਤੁਸੀਂ ਟੈਕਸਟ ਲਿਖੀ ਆ, ਜੋ ਤੁਸੀਂ ਉਹਨੂੰ ਟਾਈਪ ਕਰਕੇ ਦਿੱਤਾ ਉਹੀ ਉਹ ਬੋਲ ਰਿਹਾ ਹੈ ਜਾਂ ਕੰਪਿਊਟਰ ਉਹੀ ਬੋਲਣਾ ਸ਼ੁਰੂ ਕਰ ਦਿੰਦਾ ਤੇ ਬੰਦੇ ਦੇ ਮੂੰਹ ਦੇ ਵਿੱਚੋਂ ਆਵਾਜ਼ ਆਉਂਦੀ ਇੱਦਾਂ ਲੱਗਦੀ ਹੈ ਵੀ ਜਿਵੇਂ ਉਹ ਕੋਈ ਬੰਦਾ
ਬੋਲ ਰਿਹਾ ਹੋਵੇ। ਹੁਣ ਉਹਨਾਂ ਨੇ ਸਰਵੇ ਜਿਹੜਾ ਇਹ ਕੀਤਾ ਵੀ ਘੱਟੋ ਘੱਟ ਇਹ ਪਤਾ ਕਰੋ ਲੋਕਾਂ ਨੂੰ ਪਤਾ ਲੱਗਦਾ ਵੀ ਇਹ ਕੌਣ ਬੋਲ ਰਿਹਾ, ਅਸਲੀ ਵਿਅਕਤੀ ਬੋਲ ਰਿਹਾ ਜਾਂ ਕਿ ਕੰਪਿਊਟਰ ਬੋਲ ਰਿਹਾ। ਉਹ ਕਹਿੰਦੇ ਜਿਹੜੇ 60 ਸਾਲ ਤੇ ਇਹਦੇ ਤੋਂ ਉੱਪਰ ਵਾਲੇ ਲੋਕ ਆ ਉਹਨਾਂ ਦੇ ਲਈ ਇਸ ਵੇਲੇ ਔਖਾ ਹੋ ਰਿਹਾ ਇਹ ਡਿਸਟਿੰਗੁਇਸ਼ ਕਰਨਾ, ਫਰਕ ਕਰਨਾ ਜਿਹੜੀ ਕੰਪਿਊਟਰ ਜਨਰੇਟਡ ਸਪੀਚ ਆ ਕਿਸੇ ਹਿਊਮਨਸ ਦੁਆਰਾ ਬੋਲੇ ਗਏ ਸ਼ਬਦਾਂ ਦੇ ਨਾਲ ਜਦੋਂ ਮੁਕਾਬਲਾ ਕਰਕੇ ਦੇਖਦੇ ਆ ਤਾਂ ਉਹਨਾਂ ਦੇ ਲਈ ਮੁਸ਼ਕਲ ਆ ਕਿ ਉਹ ਇਹਦੇ ਵਿੱਚ ਫਰਕ ਕਰ ਸਕਣ। ਸਟੱਡੀ ਜਿਹੜੀ ਕੰਪਿਊਟਰ ਜਨਰੇਟਡ ਆਰਟੀਫਿਸ਼ੀਅਲ ਇੰਟੈਲੀਜੈਂਸ ਸਪੀਚ ਆ ਉਹ ਸੁਜੈਸਟ ਕਰਦੀ ਆ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਵਿੱਚ ਇਸ ਗੱਲ ਦਾ ਜ਼ਿਆਦਾ ਰਿਸਕ ਆ ਕਿ ਉਹ ਕੰਪਿਊਟਰ ਦੀ ਆਵਾਜ਼ ਨੂੰ ਕਿਸੇ ਹਿਊਮਨ ਦੀ ਆਵਾਜ਼ ਸਮਝ ਲੈਣਗੇ। ਆਰਟੀਫਿਸ਼ੀਅਲ ਇੰਟੈਲੀਜੈਂਸ ਤਾਂ ਹੁਣ ਇਸ ਤਰ੍ਹਾਂ ਹੈ ਕਿ ਤੁਹਾਡੇ ਨਾਲ ਇੱਕ ਤਾਂ ਹੁੰਦਾ ਨਾ ਕਿ ਤੁਸੀਂ ਸਪੀਚ ਸੁਣ ਰਹੇ ਆ, ਸਿਰਫ ਜੋ ਤੁਸੀਂ ਬੋਲ ਦਿੱਤਾ ਕਿਸੇ ਨੇ ਰਿਕਾਰਡ ਕਰਕੇ ਤੁਹਾਨੂੰ ਭੇਜ ਦਿੱਤਾ, ਉਹ ਵਿਅਕਤੀ ਬੋਲ ਰਿਹਾ ਤੁਹਾਨੂੰ ਲੱਗ ਰਿਹਾ ਤੇ ਉਹ ਤੁਸੀਂ ਸੁਣ ਰਹੇ ਹੋ। ਉਹ ਤੁਹਾਡੇ ਨਾਲ ਸਵਾਲ ਜਵਾਬ ਵੀ ਕਰਦੇ ਆ, ਚੈਟ ਕਰਦੇ ਆ, ਤੁਸੀਂ ਉਹਨਾਂ ਨੂੰ ਕੁਐਸਚਨ ਪੁੱਛੋ ਆਨਸਰ ਬਿਲਕੁਲ ਉਸੇ ਤਰ੍ਹਾਂ ਦਿੰਦੇ ਆ, ਚਾਹੇ ਉਹ ਫੋਨ ਦੇ ਉੱਤੇ ਹੋ ਸਕਦਾ ਤੇ ਚਾਹੇ ਉਹ ਫਿਰ ਜਿਹੜਾ ਕੰਪਿਊਟਰ ਦੇ ਉੱਤੇ ਹੋ ਸਕਦਾ। ਮੰਨ ਲਓ ਤੁਸੀਂ ਕੋਈ ਗੱਲ ਕਰਦੇ ਹੋ ਤੁਹਾਡਾ ਜਵਾਬ ਉਸ ਤਰੀਕੇ ਦੇ ਨਾਲ ਦਿੰਦੇ ਆ। ਤੇ ਇਸ ਮਾਮਲੇ ਦੇ ਵਿੱਚ ਹੁਣ ਉਹ ਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਦੂਜੇ ਪਾਸੇ ਤੁਸੀਂ ਉਹਦੇ ਟਰੈਪ ਦੇ ਵਿੱਚ ਸੌਖੇ ਆ ਸਕਦੇ ਜੇ ਤੁਹਾਨੂੰ ਉਹਦਾ ਫਰਕ ਨਹੀਂ ਪਤਾ, ਤੁਸੀਂ ਫਸ ਸਕਦੇ ਆ। ਤੇ ਉਹ ਬਜ਼ੁਰਗਾਂ ਦੇ ਵਿੱਚ ਇਹ ਹਾਰਡ ਹੋ ਰਿਹਾ ਕਿ ਉਹਨਾਂ ਕੋਲੋਂ ਇਹ ਫਰਕ ਹੋ ਨਹੀਂ ਰਿਹਾ ਇਸ ਚੀਜ਼ ਦਾ। ਸੋ ਉਹਨਾਂ ਨੇ ਦੋ ਗਰੁੱਪ ਬਣਾਏ, ਇੱਕ ਜਿਹੜੇ ਯੰਗ ਅਡਲਟ ਸੀਗੇ ਲਗਭਗ 30 ਸਾਲਾਂ ਦੇ ਨੇੜੇ ਤੇੜੇ, ਤੇ ਦੂਜੇ ਜਿਹੜੇ ਸੀਗੇ ਉਹ ਬਜ਼ੁਰਗ 60 ਸਾਲਾਂ ਦੇ ਉੱਤੇ। ਤੇ ਉਹਦੇ ਤੋਂ ਬਾਅਦ ਉਹਨਾਂ ਨੇ ਜਿਹੜੀ ਹਿਊਮਨ ਸਪੀਕਰ ਸੀਗੇ 5 ਜਿਹੜੇ ਮੇਲ ਤੇ 5 ਫੀਮੇਲ, ਉਹਨਾਂ ਦੀਆਂ ਆਵਾਜ਼ਾਂ ਸੁਣਾਈਆਂ। ਆਰਟੀਫਿਸ਼ੀਅਲ ਇੰਟੈਲੀਜੈਂਸ ਵੋਇਸਿਸ ਉਹ ਵੀ ਇੱਦਾਂ ਹੀ 5 ਮੇਲ ਤੇ 5 ਫੀਮੇਲ। ਤੇ ਫਿਰ ਉਹਨਾਂ ਨੂੰ ਕਰਕੇ ਜਿਹੜਾ ਉਹਨਾਂ ਨੂੰ ਪੁੱਛਿਆ ਵੀ ਕਿਹੜੀ ਕਿ ਜਿਹੜਾ ਐਕਸਪੈਰੀਮੈਂਟ ਸੀਗਾ ਇਹ ਕੀਤਾ। ਤੇ ਉਹਦੇ ਤੋਂ ਬਾਅਦ ਜਿਹੜੇ ਬਜ਼ੁਰਗ ਸੀਗੇ ਉਹਨਾਂ ਕੋਲੋਂ ਇਹ ਮੁਸ਼ਕਲ ਹੋ ਗਿਆ ਪਛਾਣਨਾ ਕਿ ਕਿਹੜੇ ਜਿਹੜੀ ਹਿਊਮਨ ਦੀ ਆਵਾਜ਼ ਆ ਤੇ ਕਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਜਨਰੇਟ ਕੀਤੀ ਆ। ਇੱਕ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਦਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ। ਤੁਸੀਂ ਮਤਲਬ ਲੱਗਦਾ ਹੀ ਨਹੀਂ ਤੁਹਾਨੂੰ ਕਿ ਤੁਸੀਂ ਕਿਸੇ ਵਿਅਕਤੀ ਨਾਲ ਗੱਲ ਕਰ ਰਹੇ ਹੋ। ਈਵਨ ਜਿਹੜੇ ਯੰਗਰ ਨੇ ਉਹਨਾਂ ਲਈ ਵੀ ਇਹ ਮੁਸ਼ਕਲ ਹੋ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਰਕ ਕਰ ਸਕਣਾ। ਤੁਸੀਂ ਜਦੋਂ ਕਈ ਵਾਰੀ ਕਿਤੇ ਕਸਟਮਰ ਕੇਅਰ 'ਤੇ ਫੋਨ ਕਰਦੇ ਆ ਤਾਂ ਉਹ ਇੱਕ ਤਾਂ ਸਿੰਪਲ ਤਰੀਕਾ ਹੁੰਦਾ ਵੀ ਤੁਸੀਂ ਆਪਸ਼ਨਸ ਉਹਦੇ 'ਤੇ ਉਹ ਬੋਲ ਰਿਹਾ ਕੰਪਿਊਟਰ ਜਿਹੜਾ ਅੱਗਿਓਂ ਕਿ ਤੁਸੀਂ ਆਹ ਕੰਮ ਕਰਨਾ ਤਾਂ 1 ਦਬਾਓ, ਆਹ ਕਰਨਾ ਤਾਂ 2 ਦਬਾਓ, ਆਹ ਕਰਨਾ ਤਾਂ 3 ਪ੍ਰੈਸ ਕਰੋ। ਉਹ ਇੱਕ ਹੋਰ ਚੀਜ਼ ਆ, ਪਰ ਬਿਲਕੁਲ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਉਹ ਵੀ ਅਸਲੀ ਵਿਅਕਤੀ ਵਾਂਗੂ ਤੁਹਾਨੂੰ ਜਵਾਬ ਦੇ ਰਿਹਾ। ਤੇ ਉਹ ਜਿਹੜਾ ਫਰਕ ਕਰਨਾ ਇਸ ਵੇਲੇ ਕਾਫੀ ਮੁਸ਼ਕਲ ਹੋਇਆ ਜਾਪ ਰਿਹਾ। ਅਗਲੀ ਗੱਲਬਾਤ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਬਾਰੇ। ਪਿਛਲੇ ਕੁਝ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਆ ਇਹਨਾਂ ਦਾ ਜਿਹੜਾ ਐਲੀਗੇਸ਼ਨ ਇਹਨਾਂ ਦੇ ਉੱਤੇ ਲੱਗੇ ਸੀ ਕਿ ਪ੍ਰੋਵਿੰਸ ਦੇ ਜਿਹੜੇ ਜਸਟਿਸ ਸਿਸਟਮ ਦੇ ਵਿੱਚ ਕਿਸੇ ਤਰ੍ਹਾਂ ਇਹਨਾਂ ਨੇ ਇੰਟਰਫੀਰੈਂਸ ਕੀਤੀ ਆ। ਗੱਲ ਅਸਲ 'ਚ ਇਹ ਸੀ ਵੀ ਕਿਸੇ ਪਾਦਰੀ ਦੇ ਨਾਲ ਕਹਿੰਦੇ ਗੱਲਬਾਤ ਕਰ ਰਹੇ ਸੀ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ, ਤੇ ਉਹਦੇ ਉੱਤੇ ਕੋਵਿਡ ਦੇ ਕੋਈ ਚਾਰਜਸ ਲੱਗੇ ਸੀ। ਤੇ ਇਹ ਇਹਨਾਂ ਨੇ ਮਤਲਬ ਜਿਹੜੀ ਲਾ ਪਾ ਕੇ ਗੱਲ ਇਹ ਕਹੀ ਸੀ ਵੀ ਇਹਨਾਂ ਨੇ ਪ੍ਰੀਮੀਅਰ ਨੇ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਕਿਹਾ ਸੀ ਉਸ ਪਾਦਰੀ ਨੂੰ ਵੀ ਕੋਈ ਗੱਲ ਨਹੀਂ, ਮੇਰੀ ਪਹਿਲਾਂ ਵੀ ਗੱਲ ਹੋਈ ਆ ਤੇ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ। ਵੀ ਸਿੱਧਾ ਜਸਟਿਸ ਸਿਸਟਮ ਦੇ ਵਿੱਚ ਇੰਟਰਫੀਅਰ ਕੀਤਾ, ਉਹਨੂੰ ਕਿਹਾ ਗਿਆ ਉਹਨਾਂ ਨੂੰ ਸਿੱਧਾ। ਇਹ ਹੁਣ ਦੋਸ਼ ਤੇ ਇਹਨਾਂ ਦੇ ਉੱਤੇ ਲੱਗ ਰਿਹਾ ਸੀ ਅਲਬਰਟਾ ਦੇ ਪ੍ਰੀਮੀਅਰ ਡੇਨੀਅਲ ਸਮਿਥ ਦੇ ਉੱਤੇ। ਇੱਕ ਅਖਬਾਰ ਨੇ ਲਾਏ ਸੀ, ਉਹ ਵੀਡੀਓ ਵੀ ਸਾਹਮਣੇ ਆ ਗਈ, ਆਡੀਓ ਜਿਹੜੀ ਸੀਗੀ ਉਹ ਸਾਹਮਣੇ ਆ ਗਈ। ਉਹ ਵੀਡੀਓ ਦੇ ਰੂਪ ਦੇ ਵਿੱਚ ਕਈ ਥਾਵਾਂ ਦੇ ਉੱਤੇ ਪਈ ਆ ਤੇ ਲੋਕ ਉਹਨੂੰ ਸੁਣ ਰਹੇ ਆ। ਇਹ ਸਾਰੇ ਕੁਛ ਦੇ ਵਿੱਚ ਕਿਆ ਮੰਨਿਆ ਤੇ ਇਹ ਜਾ ਰਿਹਾ ਸੀ ਕਿ ਹੁਣ ਡੇਨੀਅਲ ਸਮਿਥ ਆਪਣਾ ਬਚਾਅ ਕਿੱਦਾਂ ਕਰੂਗੀ। ਜਿਹੜਾ ਹੁਣ ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਉਲਟਾ ਜਿਹੜਾ ਫਾਇਰ ਬੈਕ ਕਰ ਦਿੱਤਾ ਕਿ ਤੁਸੀਂ ਮੇਰੇ ਉੱਤੇ ਦੋਸ਼ ਲਾਏ ਆ ਜਿਹੜੇ ਕਿ ਗਲਤ ਆ, ਮਿਸਲੀਡਿੰਗ ਆ, ਜਿਹੜੀ ਡਿਫਾਮੇਟਰੀ ਜਿਹੜੀ ਰਿਪੋਰਟਿੰਗ ਕੀਤੀ ਹੈ ਅਖਬਾਰ ਨੇ, ਤੇ ਮੈਂ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਕਰੂੰਗੀ। ਤੇ ਜਲਦੀ ਉਹਨੇ ਦੱਸਿਆ ਨਹੀਂ ਹਜੇ ਉਹਨਾਂ ਨੇ ਵੀ ਕੀ ਕਾਰਵਾਈ ਕਰਨੀ ਹੈ, ਪਰ ਉਹ ਕਹਿੰਦੇ ਮੈਂ ਕਾਰਵਾਈ ਜਲਦੀ ਕਰਨੀ ਹੈ। ਇੱਕ ਅਨਾਊਂਸਮੈਂਟ ਉਹਨਾਂ ਨੇ ਕੀਤੀ ਹੈ ਸਰਕਾਰ ਦੇ ਪਲਾਨ ਬਾਰੇ ਕਿ ਕਿੱਦਾਂ ਜਿਹੜੇ ਇੰਟਰਨੈਸ਼ਨਲ ਵਰਕਰ ਅਲਬਰਟਾ ਦੇ ਵਿੱਚ ਆ ਸਕਦੇ ਆ। ਤੇ ਇਹ ਸਾਰੇ ਕਾਂਡ ਤੋਂ ਬਾਅਦ ਪਹਿਲੀ ਵਾਰੀ ਸੀ ਜਦੋਂ ਡੇਨੀਅਲ ਸਮਿਥ ਨੇ ਮੀਡੀਆ ਦੇ ਸਾਹਮਣੇ ਆਈ ਆ। ਤੇ ਉਹਨੇ ਇਹ ਵੀ ਕਿਹਾ ਕਿ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਆ ਉਹ ਕਿ ਸਾਡੇ ਆਫਿਸ ਦੇ ਵਿੱਚੋਂ ਕੋਈ ਵੀ ਬੰਦਾ ਜਿਹੜਾ ਅਲਬਰਟਾ ਕਰਾਊਨ ਪ੍ਰੋਸੀਕਿਊਟਰ ਦੇ ਨਾਲ ਕੰਟੈਕਟ ਨਹੀਂ ਹੈ ਸਾਡਾ, ਜਾਂ ਇੱਦਾਂ ਕਹਿ ਲਓ ਵੀ ਜਿਹੜੀ ਅਲਬਰਟਾ ਦੀ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਆ ਉਹਦੇ ਵਿੱਚ ਉਹਨਾਂ ਨੇ ਵੀ ਜਿਹੜਾ ਕਨਫਰਮ ਕੀਤਾ ਵੀ ਇਹ ਗੱਲ ਠੀਕ ਆ। ਸੋ ਜੇ ਕੋਈ ਕਹਿੰਦੇ ਕੋਈ ਵੀ ਗੱਲਬਾਤ ਕਹਿ ਰਿਹਾ ਤੇ ਉਹ ਸਾਰੀ ਦੀ ਸਾਰੀ ਮਿਸਲੀਡਿੰਗ ਆ, ਗਲਤ ਆ, ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਦੇ। ਹੁਣ ਉਹ ਕਹਿੰਦੇ ਅਸੀਂ ਇਹਨੂੰ ਮਤਲਬ ਜਿਹੜੀ ਲੀਗਲ ਡਿਫਾਮੇਸ਼ਨ ਪ੍ਰੋਸੀਡਿੰਗ ਆ ਉਹਦੇ ਵਿੱਚ ਜਾਵਾਂਗੇ। ਤੇ ਉਹ ਕਹਿੰਦੇ ਮੈਂ ਹਜੇ ਤੱਕ ਇਹਦੇ ਉੱਤੇ ਕਮੈਂਟ ਨਹੀਂ ਕਰਨਾ,
ਕਿ ਜਿਹੜੀ ਇਹਦੇ ਉੱਤੇ ਇਸ ਮੈਟਰ ਦੇ ਉੱਤੇ, ਪਰ ਹੁਣ ਸਿੱਧੀ ਗੱਲ ਆ ਕਿ ਉਹ ਉਲਟਾ ਕੇਸ ਕਰਨਗੇ ਇਸ ਗੱਲ ਬਾਬਤ। ਤੇ ਜਿਹੜੀ ਅਖਬਾਰ ਆ ਉਹ ਕਹਿੰਦੀ ਵੀ ਨਹੀਂ, ਅਸੀਂ ਹੈ ਹੀ ਨਹੀਂ ਕੁਛ ਗਲਤ ਕੀਤਾ, ਅਸੀਂ ਮਾफ़ੀ ਮੰਗਣੀ ਨਹੀਂ ਆ, ਅਸੀਂ ਕੀਤਾ ਹੀ ਕੁਛ ਗਲਤ ਨਹੀਂ। ਤੇ ਇਹ ਜਿਹੜੀ ਮਤਲਬ ਹਫ਼ਤਾ ਕੁ ਪਹਿਲਾਂ ਜਿਹੜੀ ਫੋਨ ਕਾਲ ਦੀ ਸੰਬੰਧੀ ਵੀਡੀਓ ਸਾਹਮਣੇ ਆਈ ਸੀ ਆਲਟਰ ਪਲੋਵਸਕੀ ਦੇ ਨਾਲ, ਕੈਲਗਰੀ ਸਟੇਟ ਪੈਸਟਰ ਸੀ ਜਿਹੜੇ ਉੱਥੋਂ ਦੇ, ਤੇ ਜਿਹੜੇ ਟਰਾਇਲ ਚਾਰਜਸ ਉਹਨਾਂ ਦੇ ਉੱਤੇ ਲੱਗੇ ਸੀ ਲਾਸਟ ਈਅਰ ਬਾਰਡਰ ਬਲੌਕੇਡ ਦੇ ਸੰਬੰਧ ਦੇ ਵਿੱਚ, ਤੇ ਉਹਦੇ ਸੰਬੰਧੀ ਤੇ ਉਹ ਅਖਬਾਰ ਕਹਿੰਦੀ ਵੀ ਅਸੀਂ ਸਹੀ ਹਾਂ, ਤੇ ਪ੍ਰੀਮੀਅਰ ਕਹਿ ਰਿਹਾ ਕਿ ਤੁਸੀਂ ਗਲਤ ਆ ਤੇ ਤੁਹਾਡੇ ਉੱਤੇ ਹੁਣ ਕੇਸ ਕਰਨਾ। ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿਹਦੀ ਗੱਲਬਾਤ ਸੱਚੀ ਹੁੰਦੀ ਹੈ ਤੇ ਕੌਣ ਸਾਹਮਣੇ ਆਉਂਦਾ। ਇਸ ਵੇਲੇ ਘੱਟੋ ਘੱਟ ਸਿੱਧੇ ਜਿਹੜੇ ਇਹ ਗੱਲਬਾਤ ਹੈਗੀ ਆ, ਤੇ ਦੋਵੇਂ ਆਪਣੇ ਆਪਣੇ ਧਿਰਾਂ ਜਿਹੜੀਆਂ ਉਹਦੇ ਉੱਤੇ ਜਿਹੜੇ ਰੁਕੇ ਆ, ਤੇ ਹੁਣ ਇਹਦੇ ਉੱਤੇ ਕੀ ਕਾਰਵਾਈ ਹੁੰਦੀ ਆ ਬਾਅਦ ਦੀ ਗੱਲਬਾਤ ਆ। ਪਰ ਫਿਲਹਾਲ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਆ ਕਿ ਅਸੀਂ ਇਸ ਗੱਲਬਾਤ ਤੋਂ ਪਿੱਛੇ ਨਹੀਂ ਹਟ ਰਹੇ, ਤੇ ਉਹ ਸਿੱਧਾ ਸਿੱਧਾ ਇਸ ਗੱਲਬਾਤ ਦੇ ਉੱਤੇ ਜਿਹੜਾ ਉਹਨਾਂ ਦੇ ਅਕਸ ਨੂੰ ਡਿਫੇਮ ਕੀਤਾ ਗਿਆ ਉਹਨਾਂ ਨੂੰ, ਉਹਦੇ ਲਈ ਉਹ ਕੇਸ ਕਰਨਗੇ। ਤੇ ਇਹਦੇ ਤੋਂ ਬਾਅਦ ਜਿਹੜੀ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਆ, ਉਹਦੇ ਦੇ ਰਿਪੋਰਟਰ ਨੇ ਜਿਹੜਾ ਇੱਕ ਗੱਲਬਾਤ ਕੀਤੀ ਸੀ, ਉਹਨਾਂ ਦਾ ਕੀ ਰਿਸਪੌਂਸ ਆਉਂਦਾ ਤੇ ਕੀ ਗੱਲਬਾਤ ਇੱਥੇ ਰੁਕ ਜਾਂਦੀ ਹੈ ਜਾਂ ਵਾਕਈ ਅੱਗੇ ਜਾ ਕੇ ਕੇਸ ਹੁੰਦਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਸਪਸ਼ਟ ਹੋਊਗੀ। ਅਗਲੀ ਖਬਰ ਵੀ ਅਲਬਰਟਾ ਤੋਂ ਆ। ਕੈਲਗਰੀ ਦੇ ਵਿੱਚ ਉਹਨਾਂ ਨੇ ਜਿਹੜੀ ਗੱਲਬਾਤ ਦੱਸੀ ਆ ਕਿ ਜਿਹੜਾ ਹੁਣ ਕਈ ਚੇਂਜਸ ਕੀਤੀਆਂ ਉਹਨਾਂ ਨੇ ਸੀ ਟ੍ਰੇਨ ਸਟੇਸ਼ਨਸ ਦੇ ਉੱਤੇ, ਤਾਂ ਕਿ ਪਬਲਿਕ ਸੇਫਟੀ ਨੂੰ ਵਧਾਇਆ ਜਾ ਸਕੇ। ਮੇਅਰ ਜੋਤੀ ਗੌਂਡੇਕ ਉਹਨਾਂ ਨੇ ਇੱਕ ਅਨਾਊਂਸਮੈਂਟ ਕੀਤੀ ਹੈ ਕੱਲ੍ਹ ਸਵੇਰੇ, ਉਹਦੇ ਵਿੱਚ ਇਹ ਦੱਸਿਆ ਕਿ ਕੈਲਗਰੀ ਜਿਹੜਾ ਇੱਦਾਂ ਦੇ ਇਸ਼ੂਜ਼ ਦੇ ਨਾਲ ਇਕੱਲਾ ਨਹੀਂ ਆ। ਜਿਹੜੇ ਇੰਸੀਡੈਂਟਸ ਆ ਜਿਹੜੇ ਟਰਾਂਜ਼ਿਟ ਕੋਰੀਡੋਰਸ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਾਫੀ ਜ਼ਿਆਦਾ ਹੋਏ ਆ, ਤੇ ਇਹ ਸਾਰੇ ਕੁਛ ਦੇ ਕਰਕੇ, ਔਰ ਇਹ ਸ਼ਹਿਰ ਦੇਸ਼ ਦੇ ਸਾਰੇ ਸ਼ਹਿਰਾਂ ਦੇ ਵਿੱਚ ਵੀ ਇਹ ਜਿਹੜੇ ਇਹ ਟਰਾਂਸਪੋਰਟ ਦੇ ਉੱਤੇ ਜਾਂ ਇਹਨਾਂ ਸਟੇਸ਼ਨਸ ਦੇ ਉੱਤੇ ਜੋ ਕੁਛ ਹੋ ਰਿਹਾ, ਚਾਹੇ ਉਹ ਟੋਰਾਂਟੋ ਆ, ਉੱਥੇ ਵੀ ਅਸੀਂ ਲਗਭਗ ਰੋਜ਼ ਖਬਰਾਂ ਸੁਣਦੇ ਹਾਂ। ਇੱਥੇ ਸਰੀ ਦੇ ਵਿੱਚ ਵੀ ਸਟੈਬਿੰਗ ਹੋਈ ਹੈ, ਤੇ ਉਹਨਾਂ ਨੇ ਇਹ ਕਿਹਾ ਹੈ ਕਿ ਅਸਲ ਦੇ ਵਿੱਚ ਜਿਹੜਾ ਇਹ ਅਨਯੂਜ਼ੁਅਲ ਜੰਪ ਹੋਇਆ ਇਹਨਾਂ ਹਿੰਸਾ ਦੇ ਵਿੱਚ, ਇਹਨੂੰ ਉਹ ਕਹਿੰਦੇ ਅਸੀਂ ਇਹਨੂੰ ਦੇਖ ਰਹੇ ਹਾਂ ਕਿ ਜ਼ਿਆਦਾ ਆਫੀਸਰ ਹੋਰ ਹੁਣ ਪੈਟਰੋਲ ਕਰਨਗੇ, ਜਿਹੜੀ ਪੁਲਿਸ ਆ ਜ਼ਿਆਦਾ ਉੱਥੇ ਮੌਜੂਦ ਰਹੂਗੀ, ਤੇ ਸੀ ਟ੍ਰੇਨ ਸਰਵਿਸਿਜ਼ ਦੇ ਵਿੱਚ ਕੁਛ ਉਹਨਾਂ ਨੇ ਜਿਹੜੀਆਂ ਤਬਦੀਲੀਆਂ ਕੀਤੀਆਂ। ਜਿਹੜੇ ਸਿਕਿਉਰਿਟੀ ਗਾਰਡਸ ਨੇ ਉਹਨਾਂ ਦੀ ਪ੍ਰੈਜ਼ੈਂਸ ਵਧਾ ਦਿੱਤੀ ਆ 8 ਤੋਂ 16, ਜਿਹਦੇ ਨਾਲ ਕਿ ਤੇ ਦੂਜਾ ਉਹ ਕਹਿੰਦੇ ਇਹਨੂੰ 24 ਤੱਕ ਬੂਸਟ ਕਰਾਂਗੇ ਇਸ ਮਹੀਨੇ ਦੇ ਆਖਰ ਤੱਕ। ਤੇ ਦੂਜਾ ਜਿਹੜੇ ਓਵਰਨਾਈਟ ਪੈਟਰੋਲ ਹੈਗੇ ਆ, ਜਿਹੜੇ ਪੁਲਿਸ ਆਫੀਸਰਸ ਦੇ ਨਾਲ ਹੁੰਦੇ ਆ ਤੇ ਕਮਿਊਨਿਟੀ ਪੀਸ ਆਫੀਸਰ ਹੁੰਦੇ ਆ, ਉਹ ਜਿਹੜੇ 7 ਦਿਨ ਇੱਕ ਹਫ਼ਤੇ ਦੇ ਵਿੱਚ ਹੋਣਗੇ। ਪਹਿਲਾਂ ਉਹ 5 ਦਿਨ ਹੁੰਦੇ ਸੀ, ਹੁਣ 7 ਦਿਨ ਹੀ ਉਹ ਰਹਿਣਗੇ, ਤੇ ਜਿਹਦੇ ਨਾਲ ਕਾਫੀ ਫਾਇਦਾ ਹੋਊਗਾ। ਦੂਜਾ ਇਹ ਦੱਸੀ ਜਾ ਰਿਹਾ ਕਿ ਜਿਹੜੇ ਪੀਸ ਆਫੀਸਰਸ ਨੇ ਜਿਹੜੇ ਲੋ ਕੰਸਰਨ ਏਰੀਆ ਦੇ ਵਿੱਚ ਆ, ਜਿੱਥੇ ਉੱਥੋਂ ਦੂਜੇ ਪਾਸੇ ਚਲੇ ਜਾਣਗੇ ਜਿੱਥੇ ਖਤਰਾ ਸਭ ਤੋਂ ਜ਼ਿਆਦਾ ਆ। ਜਿੱਦਾਂ ਸਟੇਸ਼ਨ ਜਿਹੜਾ 7th ਐਵਨਿਊ ਦੇ ਉੱਤੇ ਆ, ਪੀਸ ਆਫੀਸਰਸ ਜਿਹੜੇ ਨੇ ਪ੍ਰੋਐਕਟਿਵਲੀ ਉਦਣ ਲੋਕੇਸ਼ਨਸ ਦੇ ਉੱਤੇ ਭੇਜੇ ਜਾਣਗੇ ਜਿੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਜ਼ਿਆਦਾ ਆਉਂਦੀ ਆ, ਕੋਈ ਗੈਦਰਿੰਗ ਜਾਂ ਉੱਥੇ ਕੋਈ ਸਸਪੀਸ਼ੀਅਸ ਬਿਹੇਵੀਅਰ ਹੁੰਦਾ ਆ, ਜਾਂ ਉੱਥੇ ਮਤਲਬ ਉੱਥੇ ਜਿਹੜੀ ਆ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਪ੍ਰੈਜ਼ੈਂਸ ਉੱਥੇ ਵਧਾਈ ਜਾਊਗੀ। ਪਿਛਲੇ ਹਫ਼ਤੇ ਕੈਲਗਰੀ ਪੁਲਿਸ ਨੇ ਅਨਾਊਂਸ ਕੀਤਾ ਸੀ ਕਿ ਕਈ ਸੈਂਕੜੇ ਚਾਰਜ ਜਿਨ੍ਹਾਂ ਨੇ 40 ਲੋਕਾਂ ਦੇ ਖਿਲਾਫ ਲਾਏ ਆ ਡਰੱਗ ਟਰੈਫਿਕਿੰਗ ਤੇ ਸੀ ਟ੍ਰੇਨ ਲਾਈਨਸ ਦੇ ਉੱਤੇ। ਜਿਹੜੀ ਡਰੱਗ ਟਰੈਫਿਕਿੰਗ ਆ ਇਹਦੇ ਨਾਲ ਸੰਬੰਧਿਤ ਕਈ ਵੈਪਨ, ਜਿਨ੍ਹਾਂ ਦੇ ਵਿੱਚ ਚਾਕੂ, ਹੈਂਡਗਨ ਵੀ ਇਨਵੈਸਟੀਗੇਟਰਸ ਨੇ ਇਹਨਾਂ ਕੋਲੋਂ ਫੜੇ ਆ। ਕੈਲਗਰੀ ਪੁਲਿਸ ਦੇ ਚੀਫ ਨੇ ਮਾਰਕ ਨਿਊਫੀਲਡ, ਉਹਨਾਂ ਨੇ ਕਿਹਾ ਕਿ ਜਿਹੜੇ ਅੰਡਰ ਕਵਰ ਆਫਿਸਰਸ ਨੇ ਉਹ ਵੀ ਲਗਾਤਾਰ ਟ੍ਰਾਂਜ਼ਿਟ ਦੇ ਵਿੱਚ ਰਾਈਡ ਕਰ ਰਹੇ ਆ, ਦੇਖ ਰਹੇ ਆ ਵੀ ਕੋਈ ਮਤਲਬ ਨਿਗਾਹ ਰੱਖ ਰਹੇ ਆ ਵੀ ਕੋਈ ਕ੍ਰਿਮੀਨਲ ਐਕਟੀਵਿਟੀ ਉੱਥੇ ਨਾ ਹੋਵੇ, ਕਿਉਂਕਿ ਪੁਲਿਸ ਜਿਹੜੀ ਆ ਉਹਨਾਂ ਨੂੰ ਦੱਸਿਆ ਗਿਆ ਕਿ ਜਿਹੜੀ ਪਬਲਿਕ ਸੇਫਟੀ ਦੀ ਪ੍ਰੋਬਲਮ ਆ ਉਹ ਕੈਲਗਰੀ ਦੇ ਵਿੱਚ ਹੈਗੀ ਆ, ਤੇ ਹਜੇ ਹੋਰ ਇਸ ਮਾਮਲੇ ਦੇ ਵਿੱਚ ਬਹੁਤ ਕੁਝ ਕਰਨ ਦੀ ਲੋੜ ਆ। ਜਿਹੜਾ ਕ੍ਰਾਈਮ ਤੇ ਡਾਟਾ ਆ ਉਹ ਦੱਸਦਾ ਆ ਕਿ ਐਫਰਟ ਜਿਹੜੇ ਇਹਦੇ ਉੱਤੇ ਕੀਤੇ ਜਾ ਰਹੇ। ਸੋ ਖਾਸ ਤੌਰ ਦੇ ਉੱਤੇ ਕੈਲਗਰੀ ਦੇ ਵਿੱਚ ਇਹਨਾਂ ਨੇ ਹੁਣ ਯਤਨ ਕੀਤੇ ਆ ਵੀ ਇਹਨੂੰ ਕ੍ਰਾਈਮ ਨੂੰ ਰੋਕਿਆ ਜਾਵੇ। 10% ਜਿਹੜੇ ਅਸੌਲਟਸ ਹੈਗੇ ਆ ਪੀਸ ਆਫਿਸਰਸ ਦੇ ਉੱਤੇ ਹੋਏ ਆ, ਤੇ ਮੈਜੋਰਿਟੀ ਜਿਹੜੇ ਆ ਟਰਾਂਸਪੋਰਟ ਆਫਿਸਰਸ ਦੇ ਉੱਤੇ ਹੋਏ ਆ। ਲੋਕ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ, ਤੇ ਹੁਣ ਇਹਨਾਂ ਨੇ ਪਿੱਛੇ ਜੇ 21 ਚਾਕੂ ਫੜੇ ਆ, 2 ਜਿਹੜੇ ਇਹ ਜਿਹੜੇ ਉਹ ਹੈਚਸ ਨੇ ਉਹ ਫੜੇ ਆ, ਇੱਕ ਬੀਅਰ ਸਪਰੇ ਫੜੀ ਆ, BB ਗਨ ਫੜੀ ਆ, ਜਿਹੜੇ ਏਅਰ ਸੌਫਟ ਪਿਸਟਲ ਫੜੇ ਆ,
ਜਿਹੜੀ ਇੱਕ ਹੋਰ ਹਥਿਆਰ ਜਿਹੜਾ ਫੜਿਆ ਆ, ਤੇ ਇਹਨਾਂ ਸਾਰਿਆਂ ਨੂੰ ਹੁਣ ਜਿਹੜਾ ਟੈਸਟ ਕੀਤਾ ਜਾ ਰਿਹਾ ਤੇ ਹੋਰ ਯਤਨ ਕੀਤੇ ਜਾ ਰਹੇ ਕਿ ਸੀ ਟ੍ਰੇਨਸ ਦੇ ਉੱਤੇ ਪੁਲਿਸ ਦੀ ਪ੍ਰੈਜ਼ੈਂਸ ਜ਼ਿਆਦਾ ਹੋਵੇ ਔਰ ਇਹਦੇ ਵਿੱਚ ਜ਼ਿਆਦਾ ਜਿਹੜਾ ਆ ਉਹ ਵਧਾਇਆ ਜਾਵੇ ਤਾਂ ਕਿ ਲੋਕ ਜਿਹੜੇ ਆ ਉਹ ਸੁਰੱਖਿਅਤ ਰਹਿ ਸਕਣ। ਸਰਕਾਰ ਖਾਸ ਤੌਰ ਦੇ ਉੱਤੇ ਇਹਦੇ ਲਈ ਯਤਨ ਕਰ ਰਹੀ ਹੈ। ਅਗਲੀ ਖਬਰ ਬ੍ਰਿਟਿਸ਼ ਕੋਲੰਬੀਆ ਤੋਂ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਨੇ, ਹਨੀ ਬੀਜ਼ ਨੇ, ਇਹ ਬਹੁਤ ਵੱਡਾ ਇਹਨਾਂ ਦਾ ਰੋਲ ਆ ਇੰਡਸਟਰੀ ਦੇ ਵਿੱਚ। ਮਤਲਬ ਇਸ ਵੇਲੇ ਸਰਦੀ ਬਹੁਤ ਜ਼ਿਆਦਾ ਪਈ ਹੈ ਤੇ ਉਹਦੇ ਤੋਂ ਬਾਅਦ ਹੁਣ ਹੌਲੀ ਹੌਲੀ ਇਹ ਦੁਬਾਰਾ ਮਤਲਬ ਆਉਣੀਆਂ ਸ਼ੁਰੂ ਹੋਈਆਂ ਇਹਨਾਂ ਦੀਆਂ ਕਲੋਨੀਜ਼ ਜਿਹੜੀਆਂ ਆ। ਮਧੂ ਮੱਖੀਆਂ ਦਾ ਸੰਬੰਧ ਜਿਹੜਾ ਸ਼ਹਿਦ ਦੀਆਂ ਮੱਖੀਆਂ ਦਾ ਸੰਬੰਧ ਸਿੱਧਾ ਸ਼ਹਿਦ ਦੇ ਨਾਲ ਹੀ ਨਹੀਂ, ਬਾਕੀ ਫਸਲਬਾੜੀ ਦੇ ਉੱਤੇ ਵੀ ਇਹਦਾ ਬਹੁਤ ਅਸਰ ਪੈਂਦਾ। ਕਿੰਨੀਆਂ ਨੇ ਇਹ, ਕਿੰਨੀ ਇਹਨਾਂ ਦੀ ਗਿਣਤੀ ਵੱਧ ਗਈ ਘਟ ਗਈ, ਇਹਦਾ ਸਾਰੇ ਉੱਤੇ ਅਸਰ ਪੈ ਰਿਹਾ। ਜਿਹੜੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ UBC ਦੇ ਵਿੱਚ ਰਿਸਰਚਰਸ ਨੇ ਉਹ ਦੱਸ ਰਹੇ ਆ ਕਿ ਕਿਉਂਕਿ ਜਿਹੜਾ ਕੁਛ ਸਮਾਲ ਇਨਸੈਕਟ ਸੀ, ਜਿਹੜੇ ਛੋਟੇ ਛੋਟੇ ਮੱਖੀਆਂ ਮੁੱਖੀਆਂ ਸੀ, ਉਹ ਮਰ ਗਈਆਂ ਬਹੁਤ ਜ਼ਿਆਦਾ। ਔਰ ਜਿਹੜੀਆਂ ਕਲੋਨੀਜ਼ ਨੇ ਇਹਨਾਂ ਦੀਆਂ ਛੱਤੇ ਸ਼ਹਿਦ ਦੇ ਆ, ਪਿਛਲੇ ਸਮੇਂ ਦੇ ਵਿੱਚ ਇਹਨਾਂ ਦਾ ਬਹੁਤ ਨੁਕਸਾਨ ਹੋਇਆ। 21 ਤੇ 22 ਦੇ ਵਿੱਚ ਵੀ ਸੀਗੇ ਕੁਛ ਜਿਹੜਾ ਬਹੁਤ ਜ਼ਿਆਦਾ ਲਾਸ ਪੂਰੇ ਕੈਨੇਡਾ ਦੇ ਵਿੱਚ ਹੋਇਆ। ਔਰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀਆਂ 62,000 ਇਹਨਾਂ ਦੀਆਂ ਕਲੋਨੀ ਸੀਗੀਆਂ, ਉਹਨਾਂ ਦੇ 2021 ਦੇ ਨੇੜੇ ਤੇੜੇ, ਉਹਨਾਂ ਦੇ ਵਿੱਚੋਂ ਲਗਭਗ 20,000 ਜਿਹੜੀਆਂ ਠੰਡ ਦੇ ਵਿੱਚ ਚਲੇ ਗਈਆਂ ਸੀ, ਜਿਹੜੀਆਂ ਸਰਵੇ ਕੀਤਾ ਸੀ ਕੈਨੇਡੀਅਨ ਐਸੋਸੀਏਸ਼ਨ ਆਫ ਪ੍ਰੋਫੈਸ਼ਨਲ ਐਪੀਕਲਚਰਿਸਟਸ ਨੇ। ਸੋ ਇਹਦਾ ਬਕਾਇਦਾ ਰਿਕਾਰਡ ਰੱਖਿਆ ਜਾਂਦਾ। ਜਿਹੜੀ ਠੰਡ ਜਦੋਂ ਜ਼ਿਆਦਾ ਪੈਂਦੀ ਆ ਤੇ ਇਹਨਾਂ ਮੱਖੀਆਂ ਦੇ ਉੱਤੇ ਅਸਰ ਪੈਂਦਾ। ਮੱਖੀਆਂ ਜਦੋਂ ਘੱਟ ਹੁੰਦੀਆਂ ਤੇ ਫਿਰ ਉਹਦਾ ਅੱਗੇ ਬੇਰੀ ਦੇ ਉੱਤੇ ਤੇ ਹੋਰ ਜਿਹੜੀਆਂ ਦੂਜੀਆਂ ਚੀਜ਼ਾਂ ਆ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਅਸਰ ਇਹਦਾ ਜਿਹੜਾ ਉਹ ਪੈਂਦਾ ਦੱਸਿਆ ਜਾ ਰਿਹਾ। ਜਿਹੜੀਆਂ ਇਸ ਵੇਲੇ ਦੱਸਦੇ ਆ ਕਿ ਇਹਨਾਂ ਦੀਆਂ ਕਲੋਨੀਜ਼ ਆ, ਹਜੇ ਤੱਕ ਦੱਸਣਾ ਕਹਿੰਦੇ ਮੁਸ਼ਕਿਲ ਆ ਵੀ ਇਹ ਕੋਈ ਬਹੁਤ ਜ਼ਿਆਦਾ ਨੁਕਸਾਨ ਇਹਦੇ ਨਾਲ ਕਿੰਨਾ ਹੋਇਆ ਆ। ਪਰ ਜਿਹੜੇ ਬੀ ਕੀਪਰਸ ਨੇ, ਇਹ ਸ਼ਹਿਦ ਦੀਆਂ ਮੱਖੀਆਂ ਰੱਖਣ ਵਾਲੇ ਨੇ, ਉਹ ਦੱਸਦੇ ਆ ਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ। 20 ਤੋਂ 30% ਨੁਕਸਾਨ ਉਹਨਾਂ ਦਾ ਬੀ ਕੀਪਰਸ ਦਾ ਇਸ ਸਮੇਂ ਦੇ ਵਿੱਚ ਹੋ ਗਿਆ, ਜਿਹੜੇ ਸ਼ਹਿਦ ਦੀਆਂ ਮੱਖੀਆਂ ਪਾਲਦੇ ਨੇ। ਬਹੁਤ ਵੇਰੀਏਬਲ ਆ ਤੇ ਜਿਹਦੇ ਵਿੱਚ ਇਹ ਹੁਣ ਦੇਖ ਰਿਹਾ ਕਿ ਨਵਾਂ ਡਾਟਾ ਕਦੋਂ ਸਾਹਮਣੇ ਆਉਂਦਾ ਆ। ਤੇ ਇਹਦਾ ਜਿਹੜਾ ਪਿਛਲੇ ਸਾਲ ਵੀ ਨੁਕਸਾਨ ਹੋਇਆ ਸੀ, ਉਹ ਜਿਹੜੇ ਪੈਰਾਸਾਈਟ ਕੰਟਰੋਲ ਦੇ ਨਾਲ ਹੋਇਆ ਸੀ। ਜਿਹੜੀ ਪੂਅਰ ਕੁਆਲਿਟੀ ਦੀ ਕੁਈਨ ਬੀ ਸੀਗੀ, ਉਹ ਵੀ ਇੱਕ ਕਾਰਨ ਦੱਸਿਆ ਗਿਆ ਸੀ। ਕਈ ਫੈਕਟਰ ਨੇ ਇਹਦੇ ਵਿੱਚ। ਅਸਲ ਦੇ ਵਿੱਚ ਜਿਹੜੇ ਛੱਤੇ ਹੁੰਦੇ ਆ ਸ਼ਹਿਦ ਦੀਆਂ ਮੱਖੀਆਂ ਦੇ, ਇਹਦੇ ਵਿੱਚ ਇੱਕ ਰਾਣੀ ਮੱਖੀ ਹੁੰਦੀ ਹੈ ਜਿਹਨੂੰ ਆਪਾਂ ਪਹਿਲਾਂ ਤੋਂ ਕਹਿੰਦੇ ਆਏ ਆ। ਉਹ ਅਸਲ ਵਿੱਚ ਜ਼ਿੰਮੇਵਾਰ ਹੁੰਦੀ ਆ, ਉਹਦੇ ਦੁਆਲੇ ਸਾਰੇ ਹੁੰਦੇ ਆ ਕੁਛ ਜਿਹਨਾਂ ਨੂੰ ਸੋਲਜਰਸ ਕਹਿੰਦੇ ਇੱਕ ਤਰ੍ਹਾਂ ਦੇ ਨਾਲ, ਉਹ ਹੁੰਦੇ ਆ ਜਿਹੜੇ ਇਹਨਾਂ ਨੂੰ ਸਾਂਭਦੇ ਆ, ਸ਼ਹਿਦ ਇਕੱਠਾ ਕਰਦੇ ਆ, ਲਿਆਉਂਦੇ ਆ। ਉਹਦੀ ਜਿਹੜੀ ਕੁਈਨ ਆ, ਉਹਦੀ ਕੁਆਲਿਟੀ ਕੀ ਆ, ਉੱਥੇ ਕਿੰਨੇ ਇਹ ਜਿਹੜੀਆਂ ਕਲੋਨੀਜ਼ ਨੇ, ਇਹ ਸਾਰਿਆਂ ਦਾ ਫਿਰ ਉਹਦੇ ਉੱਤੇ ਨਿਰਭਰ ਕਰਦਾ। ਔਰ ਹਨੀ ਬੀਜ਼ ਦੀ ਇਹਦੀ ਮਹੱਤਤਾ ਕਿਉਂ, ਇਹਦੇ ਬਾਰੇ ਇੰਨੀ ਗੱਲਬਾਤ ਕਿਉਂ ਕੀਤੀ ਜਾਂਦੀ ਆ? ਇਹ ਸਿਰਫ ਸ਼ਹਿਦ ਹੀ ਪੈਦਾ ਨਹੀਂ ਕਰਦੇ, ਸਗੋਂ ਜਿਹੜੀ ਸਾਡੀ ਇਕੋਨਮੀ ਆ ਉਹਦੇ ਉੱਤੇ ਬਹੁਤ ਵੱਡਾ ਇਹਦਾ ਅਸਰ ਪੈਂਦਾ। ਜਿੱਥੇ ਫੁੱਲ ਖਿੜਦੇ ਆ, ਜਿਹੜੀ ਵੀ ਫਸਲ ਆ ਉਹਦੇ ਵਿੱਚ ਬੀ ਕਿੱਦਾਂ ਬਣਦਾ? ਉਹ ਫੁੱਲਾਂ ਤੋਂ ਬਣਦਾ। ਫਸਲ ਦੇ ਵਿੱਚ ਫੁੱਲ ਦੇ ਉੱਤੋਂ ਜਿਹੜੇ ਬੀ ਬਣਨੇ ਆ, ਉਹ ਰੀਪਰੋਡਿਊਸ ਇਹਨਾਂ ਦੀ ਮਦਦ ਨਾਲ ਕਰਦੇ ਆ। ਜਿਹੜੀ ਪੋਲੀਨੇਟਰਸ ਆ, ਉਹਦੇ ਵਿੱਚ ਇਹ ਕਹਿੰਦੇ ਜ਼ਿਆਦਾ ਮਦਦ ਕਰਦੇ ਆ। ਇਹ ਜ਼ਿਆਦਾ ਉਹ ਮੱਖੀ ਜਦੋਂ ਕਿਸੇ ਫੁੱਲ ਦੇ ਉੱਤੇ ਬੈਠਦੀ ਆ, ਉਹਦੇ ਵਿੱਚੋਂ ਉਹਦਾ ਰਸ ਲੈ ਕੇ ਤੇ ਫਿਰ ਉਹ ਛੱਤੇ ਦੇ ਵਿੱਚ ਲਿਆ ਕੇ ਉੱਥੇ ਉਹਦਾ ਸ਼ਹਿਦ ਬਣਾਉਂਦੀ ਆ। ਉਹ ਜਦੋਂ ਉਹਦੇ ਉੱਤੇ ਬੈਠਦੀ ਆ, ਜਿੱਦਾਂ ਹਿਊਮਨਸ ਬੀਇੰਗ ਦੇ ਵਿੱਚ ਹੁੰਦਾ, ਇੱਕ ਮੇਲ ਹੁੰਦਾ, ਇੱਕ ਫੀਮੇਲ ਹੁੰਦਾ, ਮਰਦ ਹੁੰਦਾ, ਔਰਤ ਹੁੰਦਾ, ਇੱਦਾਂ ਹੀ ਪਲਾਂਟਸ ਦੇ ਵਿੱਚ ਵੀ ਹੁੰਦਾ। ਪਲਾਂਟਸ ਵੀ ਵੱਖਰੇ ਵੱਖਰੇ ਹੁੰਦੇ, ਜਿਹੜੇ ਮੇਲ ਤੇ ਫੀਮੇਲ। ਕਈ ਵਾਰੀ ਪਲਾਂਟਸ ਵੱਖਰੇ ਵੱਖਰੇ ਹੁੰਦੇ, ਕਈ ਵਾਰੀ ਇੱਕ ਪਲਾਂਟ ਦੇ ਉੱਤੇ ਫਲਾਵਰ ਵੱਖਰੇ ਵੱਖਰੇ ਹੁੰਦੇ, ਫੁੱਲ ਵੱਖਰੇ ਹੁੰਦੇ। ਇਹ ਮੇਲ ਫਲਾਵਰ ਆ, ਇਹ ਫੀਮੇਲ ਫਲਾਵਰ ਆ। ਜਿਵੇਂ ਜਿਹੜੀ ਛੱਲੀ ਹੁੰਦੀ ਆ, ਉਹਦੇ ਉੱਤੇ ਜਿਹੜਾ ਦੁੰਬ ਜਿਹਾ ਲੱਗਿਆ ਹੁੰਦਾ, ਉਹ ਮੇਲ ਪਾਰਟ ਹੁੰਦਾ ਉਹਦਾ। ਜਿਹੜੀ ਛੱਲੀ ਹੁੰਦੀ ਆ, ਉਹ ਫੀਮੇਲ ਪਾਰਟ ਹੁੰਦਾ। ਉਹ ਮੇਲ ਪਾਰਟ ਦੇ ਉੱਤੋਂ ਜਿਹੜਾ ਬੂਰ ਜਿਹਾ ਡਿੱਗਦਾ ਆ ਛੱਲੀ ਦੇ ਵਾਲਾਂ ਦੇ ਉੱਤੇ, ਤੇ ਵਾਲਾਂ ਦੇ ਵਿੱਚ ਦੀ ਫਿਰ ਅੰਦਰ ਜਾਂਦਾ ਆ, ਤੇ ਉੱਥੇ ਫਿਰ ਉਹ ਸੀਡ ਬਣਦਾ, ਬੀਜ ਬਣਦਾ, ਛੱਲੀ ਦੇ ਦਾਣੇ ਬਣਦੇ ਆ। ਕਈ ਫਲਾਵਰਸ ਦੇ ਵਿੱਚ ਹੀ ਦੋ ਪਾਰਟ ਹੁੰਦੇ ਆ ਕਿ ਮੇਲ ਪਾਰਟ ਵੀ ਉਸੇ ਫੁੱਲ 'ਚ ਆ ਤੇ ਫੀਮੇਲ ਪਾਰਟ ਵੀ ਉਸੇ ਫੁੱਲ 'ਚ ਆ। ਇਹ ਹਨੀ ਬੀਜ਼ ਕੀ ਕਰਦੀਆਂ ਆ? ਜਦੋਂ ਸ਼ਹਿਦ ਲੈਣ ਦੇ ਲਈ ਉੱਥੇ ਬੈਠਦੀਆਂ, ਕੁਦਰਤ ਨੇ ਕੋਈ ਐਸਾ ਵਰਤਾਰਾ ਬਣਾਇਆ ਆ ਕਿ ਇਹਦੇ ਜਿਹੜੇ ਉਹ ਖੰਭਾਂ ਜਿਹਾਂ ਦੇ ਨਾਲ ਉਹ ਪੋਲੀਨੇਸ਼ਨ ਕਰਦੀਆਂ ਕਿ ਮੇਲ ਪਾਰਟ ਜਿਹੜੇ ਉਹ ਪੋਲਨ ਗ੍ਰੇਨਸ ਨੇ, ਜਿਹੜੇ ਪਰਾਗ ਕਣ ਜਿਹਨਾਂ ਨੂੰ ਅਸੀਂ ਕਹਿੰਦੇ, ਜਿਹੜੇ ਬਹੁਤ ਵਾਰੀ ਹਵਾ 'ਚ ਹੁੰਦੇ ਆ, ਉਹ ਉਹਨਾਂ ਨੂੰ ਚੱਕ ਕੇ ਫੀਮੇਲ ਪਾਰਟ ਦੇ ਉੱਤੇ ਲਾ ਦਿੰਦੀਆਂ ਤੇ ਉਹਦੇ ਨਾਲ ਫਿਰ ਅੱਗੇ ਜਿਹੜੀ ਉਹ ਫਸਲ ਆ
ਪੂਰੀ ਹੁੰਦੀ ਆ। ਉਹ ਇਹਨਾਂ ਦਾ ਜਿਹੜਾ ਪੋਲੀਨੇਸ਼ਨ ਦੇ ਵਿੱਚ ਉਸ ਪ੍ਰੋਸੈਸ ਨੂੰ ਪੋਲੀਨੇਸ਼ਨ ਕਹਿੰਦੇ ਆ ਕਿ ਮੇਲ ਜਿਹੜਾ ਪਾਰਟ ਆ ਉਹਦਾ ਬੂਰਜ ਆ ਉਹਨੂੰ ਚੱਕ ਕੇ ਫੀਮੇਲ ਪਾਰਟ ਦੇ ਉੱਤੇ ਇੱਕੋ ਫੁੱਲ ਦੇ ਵਿੱਚ, ਇੱਕੋ ਪਲਾਂਟ ਦੇ ਵਿੱਚ ਜਾਂ ਵੱਖਰੇ ਵੱਖਰੇ ਪਲਾਂਟਾਂ ਦੇ ਵਿੱਚ ਕਰਨਾ, ਇਹ ਇਹਨਾਂ ਦਾ ਕੰਮ ਆ। ਇਹ ਜੇ ਇਹ ਨਹੀਂ ਹੁੰਦੀਆਂ ਤਾਂ ਇਹਦਾ ਮਤਲਬ ਆ ਪੋਲੀਨੇਸ਼ਨ ਹਵਾ ਨਾਲ ਵੀ ਹੋ ਜਾਂਦੀ, ਕਈ ਵਾਰੀ ਹਵਾ ਉੱਡ ਕੇ ਇੱਧਰ ਉੱਧਰ ਚਲੇ ਜਾਂਦੀ, ਪਰ ਬਹੁਤੀ ਨਾ ਇਨਸੈਕਟਸ ਦੇ ਨਾਲ ਹੁੰਦੀ ਆ। ਉੱਥੇ ਫਿਰ ਇਹ ਕਿਤੇ ਨਾ ਕਿਤੇ ਸਾਰਾ ਕੁਝ ਪਿੱਛੇ ਰਹਿ ਜਾਂਦਾ ਅਤੇ ਫਿਰ ਸਾਰੀ ਦੀ ਸਾਰੀ ਫਸਲਬਾੜੀ ਜਿਹੜੀ ਆ ਉਹ ਫਰੇਜ਼ਰ ਵੈਲੀ ਦੇ ਵਿੱਚ ਜਿੰਨਾ ਕੁਛ ਹੈਗਾ ਉਹ ਜਿਹੜੀ ਪੋਲੀਨੇਸ਼ਨ ਆ ਉੱਥੇ ਕਿਤੇ ਨਾ ਕਿਤੇ ਅਸਰ ਇਹਦਾ ਪੈਂਦਾ ਦੱਸਦਾ ਆ। ਸੋ ਜਿਹੜੇ ਬੀ ਕੀਪਰਸ ਨੇ ਉਹਨਾਂ ਕੋਲ ਬਲੂਬੇਰੀਜ਼ ਦੇ ਜਿਹੜੇ ਇਹ ਪੋਲੀਨੇਸ਼ਨ ਹੁੰਦੀ ਆ ਇਹ ਸਾਰੇ ਕੁਛ ਦੇ ਉੱਤੇ ਇਹ ਅਸਰਅੰਦਾਜ਼ ਕਰਦੀ ਆ ਅਤੇ ਇਹ ਠੰਡ ਦੇ ਵਿੱਚ ਕਹਿੰਦੇ ਆ ਕਿ ਕਾਫੀ ਜ਼ਿਆਦਾ ਇਹਨਾਂ ਦਾ ਨੁਕਸਾਨ ਪਿਛਲੇ ਸਮੇਂ ਦੇ ਵਿੱਚ ਹੋਇਆ ਦੱਸਿਆ ਜਾ ਰਿਹਾ। ਅਗਲੀ ਗੱਲਬਾਤ, ਜਿਹੜੇ ਲੋਕ ਆਪਾਂ ਕੱਲ੍ਹ ਵੀ ਗੱਲਬਾਤ ਕੀਤੀ ਸੀ, ਇੱਥੋਂ ਕੈਨੇਡਾ ਤੋਂ ਅਮਰੀਕਾ ਜਾਂਦੇ ਆ ਬਾਰਡਰ ਟੱਪ ਕੇ, ਬਾਰਡਰ ਨਹੀਂ ਦਰਿਆ ਟੱਪ ਕੇ, ਸੇਂਟ ਲਾਰੈਂਸ ਰਿਵਰ ਆ ਉਹ ਟੱਪ ਕੇ ਅਤੇ ਉੱਧਰਲੇ ਪਾਸੇ ਜਾਂਦੇ ਆ। ਹੁਣ ਜਿਹੜੀ ਉਹਨਾਂ ਦੇ ਵਿੱਚੋਂ ਇਹ 2 ਪਰਿਵਾਰ ਸੀਗੇ, ਉਹਨਾਂ ਦੇ ਵਿੱਚੋਂ ਇੱਕ ਪਰਿਵਾਰ ਜਿਹੜਾ ਉਹਦਾ ਪਤਾ ਲੱਗਿਆ ਕਿ ਕੌਣ ਸੀਗੇ। 8 ਜਣਿਆਂ ਦੀਆਂ ਜਿਹੜੇ ਲਾਸ਼ਾਂ ਸੀ ਉਹ ਮਿਲੀਆਂ, ਪਾਣੀ ਦੇ ਵਿੱਚੋਂ ਬਾਹਰ ਕੱਢੀਆਂ ਗਈਆਂ ਅਤੇ ਜਿਹੜੀ ਇਹ ਟੈਰੀਟਰੀ ਆ ਮੋਹਵਾਕ ਟੈਰੀਟਰੀ, ਉੱਥੇ ਕੁਬੈਕ ਦੇ ਵਿੱਚ ਪਿਛਲੇ ਹਫ਼ਤੇ ਕੈਨੇਡਾ US ਬਾਰਡਰ ਦੇ ਉੱਤੇ, ਅਤੇ ਜਿਹੜੀਆਂ 2 ਪਰਿਵਾਰ ਇਹ ਦੱਸਦੇ ਆ, ਇੱਕ ਚੌਧਰੀ ਫੈਮਿਲੀ ਜਿਹੜੀ ਇੰਡੀਆ ਤੋਂ ਆਈ ਆ ਅਤੇ ਜਿਹੜੀ ਦੂਜੀ ਐਡੋਚ ਫੈਮਿਲੀ ਆ ਜਿਹੜੀ ਰੋਮਾਨੀਆ ਤੋਂ ਆ। ਦੂਜੀ ਜਿਹੜੀ ਪਰਿਵਾਰ ਸੀਗਾ ਉਹਦੇ ਵਿੱਚ 2 ਬੱਚੇ ਸੀਗੇ, ਦੋਵੇਂ ਕੈਨੇਡਾ ਦੇ ਵਿੱਚ ਦੋਵਾਂ ਦਾ ਜਨਮ ਹੋਇਆ ਸੀ, ਇੱਥੇ ਕੈਨੇਡਾ ਦੇ ਬੋਰਨ ਸੀਗੇ, ਜਿਹੜੇ ਰੋਮਾਨੀਆ ਵਾਲੇ ਸੀਗੇ। ਪੀਟਰ ਲੈਨਵੀ ਜਿਹੜੇ ਉਹਨਾਂ ਦੇ ਵਕੀਲ ਨੇ ਉਹ ਦੱਸਦੇ ਆ ਕਿ ਅਸਲ ਦੇ ਵਿੱਚ ਹੋਇਆ ਕੀ ਸੀ, ਬਈ ਇਹ ਕਿਉਂ ਇੱਥੋਂ ਮਤਲਬ ਜਾਨ ਦਾ ਰਿਸਕ ਲੈ ਕੇ ਜਿਹੜੇ ਦੂਜੇ ਪਾਸੇ ਗਏ ਆ। ਇੱਕ ਤਾਂ ਗੁਜਰਾਤੀ ਪਰਿਵਾਰ ਸੀ, ਦੂਜਾ ਜਿਹੜਾ ਸੀਗਾ ਉਹ ਰੋਮਾਨੀਆ ਵਾਲਾ ਪਰਿਵਾਰ ਸੀ, ਔਰ ਰੋਮਾਨੀਆ ਦੇ 2 ਬੱਚੇ ਇੱਥੇ ਦੇ ਸੀਗੇ ਸਿਟੀਜ਼ਨ। ਕ੍ਰਿਸਟੀਆ ਜ਼ੈਨੀਅਡ ਅਤੇ ਜਿਹੜੇ 28 ਸਾਲ ਇਹਨਾਂ ਦੀ ਉਮਰ ਸੀਗੀ, ਅਤੇ ਉਹਨਾਂ ਨੂੰ ਹੁਣ ਕਹਿੰਦੇ ਹੋਇਆ ਇਹ ਸੀ, ਕੈਨੇਡਾ ਦੇ ਵਿੱਚ ਆਏ ਸੀ, ਅਪਲਾਈ ਕੀਤਾ ਸੀ, ਪੱਕੇ ਹੋਣ ਦੀ ਕੋਸ਼ਿਸ਼ ਬਹੁਤ ਕੀਤੀ, ਪੱਕੇ ਨਹੀਂ ਹੋ ਸਕੇ। ਹੁਣ ਪੱਕੇ ਨਹੀਂ ਹੋ ਸਕੇ ਅਤੇ ਹੁਣ ਕੈਨੇਡਾ ਇਹ ਕਹਿੰਦਾ ਸੀ, ਟੋਰਾਂਟੋ ਤੋਂ ਉਹਨਾਂ ਨੂੰ ਪਿਛਲੇ ਬੁੱਧਵਾਰ ਆਰਡਰ ਮਿਲ ਗਏ ਸੀ ਵੀ ਤੁਹਾਨੂੰ ਡਿਪੋਰਟ ਕਰ ਦੇਣਾ, ਤੁਹਾਨੂੰ ਵਾਪਸ ਇੱਥੋਂ ਕੱਢ ਦੇਣਾ। ਹੁਣ ਉਹ ਕਹਿੰਦੇ ਵੀ ਸਾਨੂੰ ਇੱਥੋਂ ਤੋਂ ਕੱਢ ਹੀ ਦੇਣਾ, ਕਿਉਂ ਨਾ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਜਾ ਕੇ ਉੱਥੇ ਕੋਈ ਜੁਗਾੜ ਲਾਇਆ ਜਾਵੇ ਜਾਂ ਉੱਥੇ ਪਨਾਹ ਲੈ ਲਈ ਜਾਵੇ। ਉਹ ਦਰਿਆ ਟੱਪਣ ਦੇ ਚੱਕਰ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਮੌਤ ਹੋ ਗਈ ਆ। 4 ਮੈਂਬਰ ਸੀਗੇ, ਬੋਟ ਦੇ ਵਿੱਚ ਗਏ ਕੁਬੈਕ ਦੇ ਵਿੱਚ, ਅਤੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਐਂਟਰ ਹੋਣਾ ਚਾਹੁੰਦੇ ਸੀ। ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀਗੀਆਂ, ਜਿਹੜੀ ਇਹ ਗੁਜਰਾਤੀ ਪਰਿਵਾਰ ਸੀ, ਚੌਧਰੀ ਫੈਮਿਲੀ, ਇਹਨਾਂ ਦੇ ਨਾਲ ਵੀਰਵਾਰ ਨੂੰ ਮਿਲੀਆਂ ਸੀ। ਅਤੇ KCAO ਜਿਹੜਾ ਮੈਂਬਰ ਸੀਗਾ ਇਸ ਕਮਿਊਨਿਟੀ ਦਾ, ਜਿਹਦੇ ਫੈਮਿਲੀ ਅਤੇ ਹੋਰ 2 ਸੀਗੇ, ਉਹ ਦੱਸਦੇ ਆ ਕਿ ਇਹਦੇ ਜਿਹੜਾ ਸਮਗਲਿੰਗ ਦੇ ਵਿੱਚ ਮੰਨਿਆ ਜਾ ਰਿਹਾ ਬੰਦਾ ਜਿਹੜਾ ਜ਼ਿੰਮੇਵਾਰ ਸੀ, ਉਹ ਹਜੇ ਤੱਕ ਮਿਸਿੰਗ ਆ, ਪਤਾ ਨਹੀਂ ਕਿੱਥੇ ਆ, ਬਚਿਆ ਵੀ ਕਿ ਨਹੀਂ ਬਚਿਆ। ਪਰ ਦੱਸਿਆ ਜਾਂਦਾ ਵੀ ਇਹ ਬਹੁਤ ਆਮ ਤੌਰ ਦੇ ਉੱਤੇ ਲੋਕ ਜਿਹੜੇ ਕੈਨੇਡਾ ਤੋਂ ਅਮਰੀਕਾ ਗਏ ਉਹਨਾਂ ਨੇ ਆਮ ਤੌਰ ਦੇ ਉੱਤੇ ਇਹ ਰਸਤਾ ਜਿਹੜਾ ਅਪਣਾਇਆ, ਔਰ ਕਈ ਵਾਰੀ ਦੱਸਦੇ ਆ ਕਿ ਬਹੁਤ ਸੇਫ ਹੁੰਦਾ, ਕਿ ਜਿਹੜੇ ਟੱਪ ਕੇ ਗਏ ਆ ਉਹ ਦੱਸਦੇ ਆ ਵੀ ਇਹ ਇੰਨਾ ਔਖਾ ਨਹੀਂ ਆ, ਵੀ ਉਹ ਜਿਹੜੀ ਮੋਟਰ ਬੋਟ ਜੀ ਆ ਇੱਕ ਵਾਰੀ ਉਹਨੂੰ ਤੇਜ਼ ਕਰਕੇ ਚਲਾਉਂਦੇ ਆ, ਅਤੇ ਉਹ ਚਲਾਉਣ ਤੋਂ ਬਾਅਦ ਦਰਿਆ ਦੇ ਪਰਲੇ ਪਾਸੇ ਜਾਣਾ ਹੁੰਦਾ, ਅਤੇ ਉਹ ਥੋੜ੍ਹਾ ਜਿਹਾ ਜਦੋਂ ਤੇਜ਼ ਚੱਲਦੀ ਆ ਉਸ ਤੋਂ ਬਾਅਦ ਲੋਕ ਦੱਸਦੇ ਵੀ ਉਹਨੂੰ ਬੰਦ ਕਰ ਦਿੰਦੇ ਆ, ਅਤੇ ਬੰਦ ਹੀ ਮਤਲਬ 5-7 ਮਿੰਟਾਂ ਦੇ ਵਿੱਚ ਹੀ ਉਹ ਦੂਜੇ ਪਾਸੇ ਪਹੁੰਚ ਜਾਂਦੀ ਆ। ਪਰ ਉਹਨਾਂ ਪਾਣੀਆਂ ਦੇ ਵਿੱਚ ਕੀ ਹੋਇਆ, ਕੀ ਵਾਪਰਿਆ, ਇਹ ਪਰਿਵਾਰ ਜਿਹੜਾ ਆਪਣੀ ਜਾਨ ਗਵਾ ਬੈਠਾ। ਅਤੇ ਕਾਰਨ ਉਹਨਾਂ ਦੇ ਵਕੀਲ ਨੇ ਇਹ ਦੱਸਿਆ ਵੀ ਇੱਥੋਂ ਉਹਨਾਂ ਨੂੰ ਡਿਪੋਰਟੇਸ਼ਨ ਦੇ ਆਰਡਰ ਮਿਲ ਗਏ ਸੀ ਵੀ ਤੁਹਾਨੂੰ ਡਿਪੋਰਟ ਕਰ ਦੇਣਾ, ਅਤੇ ਉਹਨਾਂ ਨੇ ਸੋਚਿਆ ਵੀ ਜੇ ਡਿਪੋਰਟ ਹੋਣਾ ਤਾਂ ਫਿਰ ਅਸੀਂ ਉਹਦੇ ਨਾਲੋਂ ਕਿਉਂ ਨਾ ਅਮਰੀਕਾ ਦੇ ਵਿੱਚ ਜਾ ਕੇ ਰਿਹਾ ਜਾਵੇ। ਅਤੇ ਉੱਥੇ ਕਹਿੰਦੇ ਉਹ 18 ਦੇ ਵਿੱਚ ਕਹਿੰਦੇ ਇੱਥੇ ਆਏ ਸੀਗੇ, ਅਤੇ ਕਈ ਵਾਰੀ ਉਹਨਾਂ ਨੇ ਟੋਰਾਂਟੋ ਏਰੀਏ ਦੇ ਵਿੱਚ ਰਹੇ। 2 ਇਹਨਾਂ ਦੇ ਬੱਚੇ ਹੋ ਗਏ ਇੱਥੇ ਹੀ, ਇੱਕ ਜਿਹੜਾ 2 ਸਾਲ ਦਾ ਸੀਗਾ ਅਤੇ ਇੱਕ 1 ਸਾਲ ਦਾ ਸੀਗਾ। ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਕਈ ਮਲਟੀਪਲ ਐਪਲੀਕੇਸ਼ਨਸ ਲਾਈਆਂ ਕੈਨੇਡਾ ਦੇ ਵਿੱਚ ਰਹਿਣ ਦੀਆਂ। ਜਿਹੜੀ ਦੂਜਾ ਫਿਰ ਇਹਨਾਂ ਨੂੰ ਡਰ ਪੈ ਗਿਆ ਕਿ ਜਿਹੜੀ ਜਿਹੜਾ ਇਹਨਾਂ ਨੂੰ ਹੈਗਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਵਾਪਸ ਉੱਥੇ ਨਾ ਭੇਜ ਦਿੱਤਾ ਜਾਵੇ, ਅਤੇ ਡਿਸਕ੍ਰਿਮੀਨੇਸ਼ਨ ਕਹਿੰਦੇ ਇਹਨਾਂ ਦੇ ਨਾਲ ਯੂਰਪ ਦੇ ਵਿੱਚ ਜਿਹੜੀ ਕਿਸੇ ਨਾ ਕਿਸੇ ਤਰ੍ਹਾਂ ਹੋਈ ਆ, ਅਤੇ ਜਿਹਦੇ ਵਿੱਚ ਰੋਮਾਨੀਆ ਵੀ ਸੀਗਾ। ਅਤੇ ਹੁਣ ਇਸ ਗੱਲ ਦੇ ਡਰ 'ਤੇ ਕਰ ਕੋਈ ਜਿਹੜੇ ਪਰਿਵਾਰ ਨੂੰ ਜਿਹੜਾ ਇੱਥੋਂ ਜਾਣ ਦਾ ਇਹਨਾਂ ਨੇ ਫੈਸਲਾ ਕੀਤਾ। ਹੁਣ ਉਹ ਗੱਲਬਾਤ ਜਿਹੜੀ ਆ ਸਾਹਮਣੇ ਆ ਰਹੀ ਆ, ਉਹਨਾਂ ਦੇ ਨਾਂ ਵੀ ਸਾਹਮਣੇ ਆਏ ਆ, ਅਤੇ ਰੀਜ਼ਨ ਵੀ ਸਾਹਮਣੇ ਆ ਰਿਹਾ ਕਿ ਪਰਿਵਾਰ ਕਿਉਂ ਦੂਜੇ ਪਾਸੇ ਜਾਣਾ ਚਾਹੁੰਦਾ ਸੀ, ਅਤੇ ਸਰਕਾਰ ਨੂੰ ਇਹਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਕਿ ਕੋਈ ਨਾ ਕੋਈ ਇਹਦਾ
हल जरूर होना चाहिए भी घट्टो घट्ट गैर कानूनी तौर पर उधरों जोड़े लोग आ ना जान, क्योंकि ये ही जान तो कई बार हथ धो लेंदे जो कुछ इस वेले इत्थे जिहड़ा इन्हां दिनां दे विच वापरिया। अगली गलबात दोस्तों इलैक्ट्रिक कारां दे बारे आ। इलैक्ट्रिक कारां काफ़ी ज़्यादा पॉपूलर हो रही हैं। ਆਪਾਂ जाणदे हां कि आउण वाला जिहड़ा समां आ ਉਹ इलैक्ट्रिक कारां दा कुछ सालां दे विच सारे व्हीकल इलैक्ट्रिक हो जाने आ। इन्हां ने 10 सालां दे विच जिहड़ा इन्हां नूं घटा देना, हौली हौली इन्हां दी प्रोडक्शन बंद कर देनी है ते कुछ सालां दे विच फिर जिहड़े सारे व्हीकल आ ਉਹ इलैक्ट्रिक हो जाने आ। हुण कई ਥਾਵਾਂ ਦੇ ਉੱਤੇ ਲੋਕ ਪਹਿਲਾਂ ਹੀ ਇਸ ਪਾਸੇ ਨੂੰ ਤੁਰ ਪਏ ਆ। ਨਾਰਵੇ ਦੇ ਵਿੱਚ ਜਿਹੜੀ ਕਾਰ ਸੇਲ ਆ ਮਾਰਚ ਦੇ ਵਿੱਚ ਦੱਸੀ ਜਾ ਰਹੀ ਆ ਕਿ ਉਹਦੇ ਵਿੱਚ ਇਲੈਕਟ੍ਰਿਕ ਵਹੀਕਲ ਜ਼ਿਆਦਾ ਆ ਤੇ ਜਿਹੜਾ ਟੈਸਲਾ ਆ ਸਭ ਤੋਂ ਜ਼ਿਆਦਾ ਲੋਕਾਂ ਨੇ ਖਰੀਦਿਆ। 19,366 ਨਵੀਆਂ ਕਾਰਾਂ ਵਿਕੀਆਂ ਜਿਹੜੀਆਂ ਰਜਿਸਟਰਡ ਹੋਈਆਂ ਨਾਰਵੇ ਦੇ ਵਿੱਚ ਮਾਰਚ ਦੇ ਵਿੱਚ। 19,366 ਦੇ ਵਿੱਚੋਂ 16,811 ਕਾਰਾਂ ਇਲੈਕਟ੍ਰਿਕ ਆ, ਜਾਣੀ ਕਿ 87%। ਜਿਹੜੀ ਨਵਰਜੀਅਨ ਰੋਡ ਫੈਡਰੇਸ਼ਨ ਆ ਉਹਨਾਂ ਨੇ ਇਹ ਅੰਕੜੇ ਜਾਰੀ ਕੀਤੇ ਆ। ਸਾਡੇ ਇਹਨਾਂ ਦੇਸ਼ਾਂ ਦੇ ਵਿੱਚ ਹਜੇ ਇਹ ਫੈਸਲਾ ਇਹਨਾਂ ਨੇ ਕਰਕੇ ਦੱਸਿਆ ਵੀ ਇੱਥੇ ਤੱਕ ਖਰੀਦ ਲਓ, ਪਰ ਜਿਹੜੇ ਉਹ ਫੈਸਲੇ ਸਰਕਾਰਾਂ ਨੇ ਜਿਹੜਾ ਕੁਝ ਦੇਸ਼ਾਂ ਦੇ ਵਿੱਚ ਕੀਤੇ ਵੀ ਆ, ਉਹਨਾਂ ਸਰਕਾਰਾਂ ਦੇ ਫੈਸਲਿਆਂ ਤੋਂ ਪਹਿਲਾਂ ਹੀ ਲੋਕ ਜਿਹੜੇ ਇਲੈਕਟ੍ਰਿਕ ਕਾਰਾਂ ਵੱਲੋਂ ਕਨਵਰਟ ਹੋ ਰਹੇ ਆ। ਡੀਜ਼ਲ ਤੇ ਗੈਸੋਲੀਨ ਦੋਵੇਂ ਰਲ ਕੇ ਜਿਹੜੀਆਂ ਕਾਰਾਂ ਆ ਉਹ ਸਿਰਫ 2.7% ਨਵੀਆਂ ਕਾਰਾਂ ਇਸ ਵੇਲੇ ਰਜਿਸਟਰਡ ਹੋਈਆਂ। ਜਿਹੜੀ ਸਟੇਟਮੈਂਟ ਉਹਨਾਂ ਦੀ OFV ਦੀ ਆਈ ਆ ਉਹਦੇ ਵਿੱਚ ਦੱਸਿਆ ਗਿਆ। ਤੇ ਜਿਹੜੀ ਟੈਸਲਾ ਆ ਇਹਨੇ 7902 ਜਿਹੜੇ ਮਹੀਨੇ ਦੀ ਸੇਲ ਦੱਸੀ ਜਾ ਰਹੀ ਆ। 41% ਟੋਟਲ ਕਾਰਾਂ ਜਿਹੜੀਆਂ ਨੇ ਉਹ ਟੈਸਲਾ ਸੀਗੀਆਂ। ਸੋ ਟੈਸਲਾ ਦਾ ਮਾਡਲ Y ਤੇ ਕੱਲਾ ਹੀ ਜਿਹੜਾ 7445 ਰਜਿਸਟ੍ਰੇਸ਼ਨ ਜਿਹਦੀਆਂ ਹੁਣ ਤੱਕ ਮੰਥਲੀ ਸਭ ਤੋਂ ਜ਼ਿਆਦਾ ਇਸ ਕਾਰ ਮਾਡਲ ਦੀਆਂ ਨਾਰਵੇ ਵਿੱਚ ਹੋਈਆਂ ਦੱਸੀਆਂ ਜਾ ਰਹੀਆਂ। ਸੋ ਜਿੱਥੇ ਇਹ ਸਰਕਾਰਾਂ ਨੇ ਡੈਡਲਾਈਨ ਦੇਣੀ ਆ, ਫੈਸਲੇ ਕਰਨੇ ਆ ਹਜੇ 10 ਸਾਲਾਂ ਨੂੰ ਜਾਂ 20 ਸਾਲਾਂ ਨੂੰ, ਜਿਹੜੇ ਲੋਕ ਨੇ ਕੁਝ ਦੇਸ਼ਾਂ ਦੇ ਵਿੱਚ ਪਹਿਲਾਂ ਆਪਣੇ ਆਪ ਹੀ ਇੱਧਰ ਨੂੰ ਜਾਣਾ ਸ਼ੁਰੂ ਕਰਕੇ ਆ। ਲੋਕ ਹੁਣ ਗੈਸੋਲੀਨ ਜਾਂ ਡੀਜ਼ਲ ਵਾਲੀ ਕਾਰ ਤੋਂ ਜਿਹੜਾ ਸਿੱਧੀ ਇਲੈਕਟ੍ਰਿਕ ਕਾਰ ਲੈ ਰਹੇ ਆ, ਇੱਧਰਲੇ ਪਾਸੇ ਨਹੀਂ ਜਾ ਰਹੇ। ਔਰ ਇਹ ਵੀ ਆ ਕਿ ਨਾਰਵੇ ਇਸ ਵੇਲੇ ਇਹ ਨਿਸ਼ਾਨਾ ਕਰ ਰਿਹਾ ਕਿ ਅਸੀਂ ਜਿਹੜਾ ਜ਼ੀਰੋ ਐਮਿਸ਼ਨ ਕਰ ਦੇਣਾ ਆ ਇਹਨਾਂ ਵਹੀਕਲਸ ਦੇ ਲਈ, ਚਾਹੇ ਤੇ ਬੈਟਰੀ ਨਾਲ ਹੋਣਗੇ ਤੇ ਚਾਹੇ ਜਿਹੜੇ ਆ ਉਹ ਹਾਈਡਰੋਜਨ ਨਾਲ ਹੋਣਗੇ 2 ਸਾਲਾਂ ਦੇ ਵਿੱਚ 2025 ਤੱਕ। ਟੈਸਲਾ ਦੀ ਨਾਰਵੇ ਦੇ ਵਿੱਚ ਬਹੁਤ ਵੱਡੀ ਸਕਸੈਸ ਆ ਤੇ ਲੱਗਦਾ ਕਿ ਇਹੀ ਸਕਸੈਸ ਉਹਨਾਂ ਨੂੰ ਮੁੜ ਕੇ ਉਧਰਲੇ ਪਾਸੇ ਯੂਰਪ ਵਾਲੇ ਪਾਸੇ ਵੀ ਨਜ਼ਰ ਆਊਗੀ। ਅਗਲੀ ਗੱਲਬਾਤ ਜਿਹੜੀ ਆਪਾਂ ਤੁਹਾਡੇ ਨਾਲ ਕਰਨੀ ਹੈ, ਓਨਟਾਰੀਓ ਦੀ ਪੀਲ ਮਲਟੀਕਲਚਰਲ ਕੌਂਸਲ ਵੱਲੋਂ ਇੱਕ ਜਿਹੜੀ ਵਿਤਕਰੇ ਦੀ ਗੱਲਬਾਤ ਦੇ ਉੱਤੇ ਉਹਨਾਂ ਨੇ ਰਿਪੋਰਟ ਜਾਰੀ ਕੀਤੀ ਹੈ। ਜਦੋਂ ਕੋਵਿਡ ਆਇਆ ਸੀ ਕੁਝ ਭਾਈਚਾਰਿਆਂ ਦੇ ਨਾਲ ਸਿੱਧਾ ਵਿਤਕਰਾ ਕੀਤਾ ਗਿਆ। ਇਹ ਕਿਹਾ ਗਿਆ ਵੀ ਇਹ ਭਾਈਚਾਰੇ ਜਿਹੜੇ ਨੇ ਇਹ ਜਿੱਦਾਂ ਚੀਨੀ ਮੂਲ ਦੇ ਲੋਕ ਸੀਗੇ ਕਿ ਇਹ ਜ਼ਿੰਮੇਵਾਰ ਨੇ ਇਸ ਚੀਜ਼ ਦੇ ਲਈ। ਉਹਨਾਂ ਦੇ ਉੱਤੇ ਨਸਲੀ ਟਿੱਪਣੀਆਂ ਵੀ ਹੋਈਆਂ, ਬਹੁਤ ਕੁਛ ਹੋਇਆ। ਹੁਣ ਉਹਦੀ ਰਿਪੋਰਟ ਸਾਹਮਣੇ ਹੁਣ ਆਈ ਹੈ ਤੇ ਉਹਦੀਆਂ ਕੁਛ ਉਹਨਾਂ ਨੇ ਸਿਫਾਰਿਸ਼ਾਂ ਕੀਤੀਆਂ ਵੀ ਤਾਂ ਕਿ ਅੱਗੇ ਤੋਂ ਇੱਦਾਂ ਨਾ ਕੀਤਾ ਜਾਵੇ। ਜਿਹੜੀ ਕੌਂਸਲ ਆ ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ontario ਦਾ ਜਿਹੜਾ ਪੀਲ ਰੀਜਨ ਆ ਤੇ ਉਹਦੇ ਵਿੱਚ ਜਿਹੜੇ COVID-19 ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਆ। ਹੁਣ ਕਿਉਂ ਮਾਮਲੇ ਸਾਹਮਣੇ ਆਏ ਇਹ ਤਾਂ ਨਹੀਂ ਪਤਾ, ਪਰ ਉੱਥੇ ਕਿਹਾ ਇਹ ਗਿਆ ਕਿ ਪੀਲ ਰੀਜਨ ਦੇ ਵਿੱਚ ਇਸ ਕਰਕੇ ਜ਼ਿਆਦਾ ਮਾਮਲੇ ਆਏ ਕਿਉਂਕਿ ਇੱਥੇ ਸਾਊਥ ਏਸ਼ੀਅਨ ਤੇ ਜਿਹੜੇ ਬਲੈਕ ਭਾਈਚਾਰੇ ਦੇ ਲੋਕ ਆ ਉਹ ਜ਼ਿਆਦਾ ਰਹਿੰਦੇ ਆ। ਤੇ ਹੁਣ ਕਿਉਂਕਿ ਉਹ ਜ਼ਿਆਦਾ ਰਹਿੰਦੇ ਆ ਤੇ ਉਹਦੇ ਤੋਂ ਇੱਕ ਇਹ ਬਰਤਾਂਤ ਸਿਰਜ ਦਿੱਤਾ ਗਿਆ ਵੀ ਇਹੀ ਜ਼ਿੰਮੇਵਾਰ ਨੇ ਸਾਰਾ ਕੁਝ ਫੈਲਾਉਣ ਦੇ ਲਈ। ਉਹ ਕਹਿੰਦੇ ਅਸੀਂ ਜਿਹੜੀ ਕੌਂਸਲ ਆ ਉਹ ਕਹਿੰਦੀ ਅਸੀਂ ਨਾ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਆ ਤੇ ਸੋਚਿਆ ਵੀ ਇਹਨਾਂ ਨਾਲ ਗੱਲਬਾਤ ਕਰਨ ਬਾਰੇ ਤਾਂ ਕਿ ਸਾਨੂੰ ਪਤਾ ਲੱਗ ਸਕੇ। ਜਿਹੜੇ ਸਾਊਥ ਏਸ਼ੀਅਨ ਬਲੈਕ ਭਾਈਚਾਰੇ ਦੇ ਲੋਕ ਆ, ਫਰੰਟ ਲਾਈਨ ਵਰਕਰ ਆ, ਕਮਿਊਨਿਟੀ ਲੀਡਰ ਆ, ਉਹਨਾਂ ਨਾਲ ਉਹ ਕਹਿੰਦੇ ਅਸੀਂ ਗੱਲਬਾਤ ਕਰਨੀ ਆ। ਵੈਬੀਨਾਰ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਬਾਰੇ ਵੀ ਉਹਨਾਂ ਨੂੰ ਦੱਸ ਦਿੱਤਾ। ਅਸਲ 'ਚ ਜਾਣਨਾ ਚਾਹੁੰਦੇ ਆ ਵੀ ਇੱਥੇ ਫੈਲਿਆ ਕਿਉਂ ਸੀ ਤੇ ਜਿਹੜੀ ਇਹ ਗੱਲਬਾਤ ਕਿ COVID-19 ਨੂੰ ਚੀਨੀ ਵਾਇਰਸ ਵਜੋਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ, ਇਹਦਾ ਕੀ ਕਾਰਨ ਸੀ। ਔਰ ਇਹਨਾਂ ਲੋਕਾਂ ਦੇ ਨਾਲ ਚਾਹੇ ਗਰੋਸਰੀ ਸਟੋਰ ਸੀ, ਚਾਹੇ ਜਿਹੜੀਆਂ ਕੁਝ ਪਬਲਿਕ ਪਲੇਸਿਸ ਸੀਗੀਆਂ, ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਇਹਨਾਂ ਦੇ ਨਾਲ ਵਿਤਕਰਾ ਹੋਇਆ। ਉੱਥੇ ਇਹਨਾਂ ਨੂੰ ਇਸ ਤਰੀਕੇ ਨਾਲ ਮੰਨਿਆ ਗਿਆ ਵੀ ਇਹ ਕੋਵਿਡ ਫੈਲਾਉਣ ਦੇ ਵਿੱਚ ਜ਼ਿੰਮੇਵਾਰ ਆ। ਤੇ ਇਹ ਵੀ ਕਿਹਾ ਗਿਆ ਵੀ ਜੇ ਜੋ ਕੁਛ ਉਹਨਾਂ ਦੇ ਨਾਲ ਇਹਨਾਂ ਥਾਵਾਂ ਦੇ ਉੱਤੇ ਹੋਇਆ ਤੇ ਇਹ ਕਿਹਾ ਵੀ ਜੇ ਤੁਸੀਂ ਇਹਦੀ ਗੱਲ ਕਿਤੇ ਕਰੋਗੇ ਤਾਂ ਤੁਹਾਡੀ ਨੌਕਰੀ ਜਾ ਸਕਦੀ ਹੈ। ਸੋ ਇਹ ਵਿਤਕਰਾ ਤਾਂ ਪਹਿਲਾਂ ਹੀ ਕੈਨੇਡੀਅਨ ਸਮਾਜ ਦੇ ਵਿੱਚ ਸੀਗਾ, ਪਰ COVID-19 ਨੇ ਇਹਨੂੰ ਹੋਰ ਜ਼ਿਆਦਾ
ਵਧਾ ਦਿੱਤਾ ਜਾਂ ਕਹਿ ਲਓ ਕਿ ਸਾਹਮਣੇ ਲੈ ਆਂਦਾ। ਕੌਂਸਲ ਦੀ ਜਿਹੜੀ ਰਿਪੋਰਟ ਆ ਉਹਨਾਂ ਦੇ ਵਿੱਚ ਉਹਨਾਂ ਨੇ ਮੀਡੀਆ ਨੂੰ ਵੀ ਨਹੀਂ ਬਖਸ਼ਿਆ। ਇਹ ਵੀ ਕਿਹਾ ਕਿ ਇਹਨਾਂ ਦੀ ਭੂਮਿਕਾ ਵੀ ਜਿਹੜੀ ਆ ਉਨੀ ਜ਼ਿੰਮੇਵਾਰਾਨਾ ਨਹੀਂ ਰਹੀ ਤੇ ਜਿਹੜੀ ਜਾਂਚ ਇਹਦੀ ਕੀਤੀ ਜਾ ਰਹੀ ਆ। ਦੂਜਾ ਇਹ ਆ, ਕਹਿੰਦੇ ਸਾਨੂੰ ਦੂਜੇ ਭਾਈਚਾਰੇ ਦੇ ਕਲਚਰਸ ਬਾਰੇ ਜਾਣਕਾਰੀ ਨਹੀਂ, ਸੱਭਿਆਚਾਰ ਬਾਰੇ ਜਾਣਕਾਰੀ ਨਹੀਂ। ਉਹ ਵੀ ਇੱਕ ਕਾਰਨ ਬਣਿਆ ਇਸ ਸਾਰੇ ਕੁਛ ਦੇ ਵਿੱਚ। ਤੇ ਇਸ ਰਿਪੋਰਟ ਦੇ ਵਿੱਚ ਜਿਹੜੀ ਜਦੋਂ ਕਿਸੇ ਦੋ ਦੇਸ਼ਾਂ ਦੇ ਵਿਚਕਾਰ ਵੀ ਕੋਈ ਗੱਲਬਾਤ ਚੱਲਦੀ ਆ ਤਾਂ ਉਹਦੇ ਨਾਲ ਵੀ ਲੋਕਾਂ ਦੇ ਮਨ ਦੇ ਵਿੱਚ ਕਨਫਿਊਜ਼ਨ ਪੈਦਾ ਹੁੰਦੀ ਆ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ। ਸੋ ਇਹਦੇ ਉੱਤੇ ਖਾਸ ਤੌਰ ਤੇ ਕੰਮ ਕੀਤਾ ਜਾ ਰਿਹਾ ਤਾਂ ਕਿ ਭਵਿੱਖ ਦੇ ਵਿੱਚ ਕੋਈ ਇੱਦਾਂ ਦੀ ਵਿਪਤਾ ਦੇ ਵਿੱਚ ਬਿਨਾਂ ਕਾਰਨ ਜਾਣੇ ਕਿਸੇ ਇੱਕ ਭਾਈਚਾਰੇ ਨੂੰ ਜਿਹੜਾ ਟਾਰਗੇਟ ਨਾ ਕੀਤਾ ਜਾਵੇ, ਉਹਨਾਂ ਦੇ ਨਾਲ ਕੋਈ ਸਿੱਧੀ ਇੱਦਾਂ ਦਾ ਜਿਹੜਾ ਦੋਸ਼ ਆ ਉਹਨਾਂ ਦੇ ਉੱਤੇ ਨਾ ਲਾਏ ਜਾਣ। ਅਗਲੀ ਗੱਲਬਾਤ, ਪ੍ਰਿੰਸ ਐਡਵਰਡ ਆਈਲੈਂਡ ਦੇ ਜਿਹੜੀਆਂ ਉਹਨਾਂ ਦੀਆਂ ਪ੍ਰੋਵਿੰਸ਼ੀਅਲ ਚੋਣਾਂ ਸੀ ਉਹ ਹੋਈਆਂ ਤੇ ਉਹਦੇ ਵਿੱਚੋਂ ਨਤੀਜੇ ਸਾਹਮਣੇ ਆਏ ਆ। ਨਤੀਜੇ ਆਏ ਆ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਇੱਕ ਵਾਰੀ ਫੇਰ ਸੱਤਾ ਦੇ ਵਿੱਚ ਆ ਗਈ ਆ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 27 ਰਾਈਡਿੰਗ ਨੇ, 27 ਦੇ ਵਿੱਚੋਂ 22 ਦੇ ਉੱਤੇ ਜਿਹੜੀ ਇਹ ਪ੍ਰੋਗਰੈਸਿਵ ਕੰਜ਼ਰਵੇਟਿਵ ਆ ਜਿਹਦੇ ਅਗਵਾਈ ਕਰਦੇ ਆ ਡੈਨਿਸ ਕਿੰਗ ਪ੍ਰੀਮੀਅਰ, ਉਹਨਾਂ ਦੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਲਿਬਰਲ ਪਾਰਟੀ ਨੂੰ ਉੱਤੇ 3 ਸੀਟਾਂ ਮਿਲੀਆਂ, ਗ੍ਰੀਨ ਪਾਰਟੀ ਨੂੰ 2 ਮਿਲੀਆਂ, ਕੰਜ਼ਰਵੇਟਿਵ ਨੂੰ 55.9% ਵੋਟਾਂ ਪ੍ਰਾਪਤ ਹੋਈਆਂ ਦੱਸੀਆਂ ਜਾ ਰਹੀਆਂ। ਸੋ ਇੱਕ ਤਰੀਕੇ ਦੇ ਨਾਲ ਕੰਜ਼ਰਵੇਟਿਵ ਨੇ ਉੱਥੇ ਜਿਹੜੀ ਕੰਜ਼ਰਵੇਟਿਵ ਪ੍ਰੋਗਰੈਸਿਵਸ ਆ ਉਹਨਾਂ ਨੇ ਹੁੰਝਾ ਫੇਰ ਦਿੱਤਾ। 27 ਰਾਈਡਿੰਗ ਟੋਟਲ ਤੇ 27 ਦੇ ਵਿੱਚੋਂ 22 ਦੇ ਉੱਤੇ ਉਹ ਜਿੱਤ ਗਏ ਆ। ਸੋ ਗ੍ਰੀਨ ਪਾਰਟੀ ਨੂੰ ਵੀ 2 ਤੇ 3 ਦੇ ਉੱਤੇ ਲਿਬਰਲ ਜਿਹੜੀ ਆ ਉਹ ਸਿਮਟ ਗਈ ਆ। ਕੰਜ਼ਰਵੇਟਿਵ ਕੋਲ ਪਹਿਲਾਂ 3 ਸੀਟਾਂ ਸੀ, ਗ੍ਰੀਨ ਕੋਲੇ 8 ਸੀਗੀਆਂ, ਲਿਬਰਲਾਂ ਕੋਲੇ 4 ਸੀ। ਲਿਬਰਲਾਂ ਦੀ 1 ਘਟ ਗਈ ਤੇ ਜਿਹੜੀ ਗ੍ਰੀਨ ਸੀਗੀ ਇਹਨਾਂ ਦੀਆਂ 5 ਘਟ ਗਈਆਂ ਤੇ ਉਹੀ ਜਿਹੜੀਆਂ ਉਧਰਲੇ ਪਾਸੇ ਚਲੀਆਂ ਗਈਆਂ। 2019 ਦੇ ਵਿੱਚ ਲਿਬਰਲ ਪਾਰਟੀ ਨੇ ਜਿਹੜੇ ਇਹ ਹਾਰੇ ਸੀਗੇ ਤੇ ਕੰਜ਼ਰਵੇਟਿਵ ਦੇ ਕੋਲ ਪਾਵਰ ਆਈ ਸੀ। ਅਪ੍ਰੈਲ 19 ਦੇ ਵਿੱਚ ਪ੍ਰਿੰਸ ਐਡਵਰਡ ਆਈਲੈਂਡ ਕੈਨੇਡਾ ਦਾ ਪਹਿਲਾ ਸੂਬਾ ਸੀ ਜਿੱਥੇ ਜਿਹੜੀ ਕਹਿ ਲਓ ਕਿ ਗ੍ਰੀਨ ਪਾਰਟੀ ਵਿਰੋਧੀ ਧਿਰ ਸੀਗੀ। ਓਫੀਸ਼ੀਅਲੀ ਗ੍ਰੀਨ ਪਾਰਟੀ ਕਿਸੇ ਸੂਬੇ ਦੇ ਵਿੱਚ ਪਹਿਲੀ ਵਾਰੀ ਵਿਰੋਧੀ ਧਿਰ ਬਣੀ ਸੀ। ਹੁਣ ਵੀ 3 ਸੀਟਾਂ ਇਹਨਾਂ ਨੂੰ ਆਉਣੀਆਂ ਵੱਡੀ ਗੱਲਬਾਤ ਦੱਸੀ ਜਾ ਰਹੀ ਆ, ਪਰ ਇਹ ਆ ਵੀ ਪਹਿਲਾਂ ਇਹਨਾਂ ਕੋਲੇ 8 ਸੀਟਾਂ ਕਿਸੇ ਵੇਲੇ ਇਹਨਾਂ ਨੂੰ ਰਹੀਆਂ ਤੇ ਲਿਬਰਲ ਗ੍ਰੀਨ ਪਾਰਟੀ ਤੋਂ ਵੀ ਪਿੱਛੇ ਉਸ ਵੇਲੇ ਜਿਹੜੇ ਇੱਥੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਦੱਸੇ ਜਾਂਦੇ ਸੀ। ਇਹ ਜਿਹੜੀ ਗ੍ਰੀਨ ਪਾਰਟੀ ਹੈ ਇਹਦੀ ਅਗਵਾਈ ਉੱਥੇ ਪੀਟਰ ਵੇਵਨ ਬੇਕਰ ਕਰਦੇ ਸੀ ਤੇ ਜਿਹੜੀ ਲਿਬਰਲ ਪਾਰਟੀ ਹੈ ਇਹਦੇ ਵਿੱਚ ਸ਼ੈਰਨ ਕੈਮਰੋਨ ਇਹਨਾਂ ਦੇ ਪਿੱਛੇ ਦੱਸੇ ਜਾਂਦੇ ਆ। ਸੋ ਜਿਹੜੇ ਬੇਵਨ ਬੇਕਰ ਨੇ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਅਸੀਂ ਕਿਉਂਕਿ ਵਿਰੋਧੀ ਧਿਰ ਸੀ ਪਹਿਲਾਂ, ਹੁਣ ਅਸੀਂ ਚਲੇ ਗਏ ਹਾਂ ਬਾਹਰ ਤੇ ਇਹ ਵੀ ਇੱਕ ਨਵੀਂ ਚੀਜ਼ ਆ। ਉਹ ਤੀਜੇ ਨੰਬਰ ਦੇ ਉੱਤੇ ਆਏ ਆ। ਉਹ ਕਹਿੰਦੇ ਪਰ ਅਸੀਂ ਭਾਵੇਂ ਤੀਜੇ ਨੰਬਰ ਤੇ ਆਏ ਹਾਂ ਪਰ ਸੂਬੇ ਦੀ ਸੇਵਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੇ ਦੂਜੇ ਪਾਸੇ ਜਿਹੜੇ ਉੱਧਰਲੇ ਪਾਸੇ ਲਿਬਰਲ ਪਾਰਟੀ ਵਾਲੇ ਸੀ ਉਹ ਕਹਿੰਦੇ ਵੀ ਸਾਨੂੰ ਜਿਹੜਾ ਵੀ ਨਹੀਂ ਮੌਕਾ ਮਿਲ ਸਕਿਆ ਸਾਰਿਆਂ ਨੂੰ ਜਾਣਨ ਦਾ ਤੇ ਅਸੀਂ ਨਹੀਂ ਜਿੱਤ ਸਕੇ। ਤੇ ਹੁਣ ਜਿਹੜੇ ਡੈਨਿਸ ਕਿੰਗ ਆ ਉਹਨਾਂ ਦੀ ਜਦੋਂ ਹਾਲੇ 6 ਮਹੀਨੇ ਜਿਹੜੇ 6 ਮਹੀਨਿਆਂ ਤੋਂ ਪਹਿਲਾਂ ਚੋਣਾਂ ਕਰਾ ਲਈਆਂ ਸੀ ਤੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਉਹਦੇ 'ਤੇ ਕਿ ਕੁਦਰਤੀ ਤੌਰ 'ਤੇ ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਵੀ ਅਸੀਂ ਬਹੁਤ ਖੁਸ਼ ਹਾਂ, ਅਸੀਂ ਖੁਸ਼ ਹਾਂ ਕਿ ਅਸੀਂ ਸੂਬੇ ਦੇ ਲਈ ਕੁਛ ਨਾ ਕੁਛ ਕਰਾਂਗੇ। ਪਹਿਲਾਂ ਹੀ ਇਹਦੀ ਜਿਹੜੀ ਪੇਸ਼ਨਗੋਈ ਤਾਂ ਇਸ ਇਲੈਕਸ਼ਨ ਦੀ ਪਹਿਲਾਂ ਹੀ ਹੋ ਗਈ ਸੀ ਵੀ ਕਿਹਨੇ ਜਿੱਤਣਾ, ਪਰ ਹੁਣ ਐਡੇ ਵੱਡੇ ਜਿਹੜੇ ਮਾਰਜਨ ਦੇ ਨਾਲ ਇਹ ਪਾਰਟੀ ਜਿੱਤ ਕੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਇੱਕ ਵਾਰੀ ਜਿਹੜੀ ਆ ਅਗਲੇ ਸਾਲਾਂ ਦੇ ਲਈ ਇਹਨੇ ਆਪਣੀ ਥਾਂ ਰਾਖਵੀਂ ਰੱਖ ਲਈ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੱਲ ਦੀਆਂ ਕੁਝ ਨਵੀਆਂ ਗੱਲਾਂ ਬਾਤਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।